मैं मूर्ख की केतक बात है, कोट पराती तरिया रे। गुर नानक जिन सुनिया पेखिया, से फिर गर्भास न परिया रे। फिरत फिरत प्रभ आया, परिया तो सरनाए। नानक की प्रभ बेनती, अपनी भगति लाए। हौ आया दूरह चल कै, मैं तकी तो सरनाए जियो। मैं आशा रखी चित मह, मेरा सबो दुख गवाए जियो। सतनाम श्री वाहिगुरु साहिब जी। इस करते को क्यों गहरा के रखो, अपरियो तुल्यो ना जाई। माया के दीवाने प्राणी, झूठ गौरी पाई। इस करते को क्यों गहरा कियो रखो, अपरियो तुल्यो ना जाई। माया के दीवाने प्राणी, झूठ गौरी पाई। लाभ लोभ मोहताज विगुते, एब ताब फिर पशुताई। एक सरेव तागत मित पावै, आमन जान रहाई। एक अचार रंग एक रूप, इको पौड़ी। पौण पानी अगनीय स्वरूप। वाहिगुरु जी का खालसा, वाहिगुरु जी की फतेह। एक पौड़ी करी दी रहो। दसां पातशाहियां दी जोत, तख्त चौर शदर दे मालक, जाहर जहूर हाजिर हजूर, सर्व कला भरपूर, पदत पावन भगत वत्सल अंतरजामी। धन श्री गुरु ग्रंथ साहिब जी महाराज। सतगुरां दी अपरपार किरपा रहमत दा सदका, जगत गुरु जाहर पीर जगत गुर बाबा धन श्री गुरु नानक देव साहिब जी महाराज, सतगुरां दे पावन पवित्र अस्थान गुरुद्वारा श्री बेर साहिब जी विखे अमृत वेले दे सजे हुए सुंदर दीवान दी हाजरी भर रही गुरु की साजी नवाजी हुई साध संगत जीओ। सतगुरां ने कृपा की है, अपने पवित्र दर्शन बख्शिश किए हैं। धन सो वेला जित दर्शन करना, हौ बलिहारी सतगुर चरना। धन सो वेला घड़ी धन, धन मूलत पल सार। धन सो दिन सो संजोगड़ा, जित डिठा गुर दरसार।
ਗਰੀਬ ਨਵਾਜ ਸਾਹਿਬ ਜੀ ਨੇ ਰਹਿਮਤ ਕਰਦਿਆਂ ਹੋਇਆਂ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਅੰਦਰ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਜਗਤ ਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, 930 ਅੰਗ ਤੇ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ, ਓਅੰਕਾਰ ਬਾਣੀ, ਜਿਸ ਨੂੰ ਗੁਰੂ ਕਾ ਪੰਥ ਦੱਖਣੀ ਓਅੰਕਾਰ ਦੇ ਨਾਮ ਨਾਲ ਵੀ ਯਾਦ ਕਰਦਾ ਹੈ, ਜਿਸ ਦਾ ਉਚਾਰਨ ਦੱਖਣੀ ਓਅੰਕਾਰ ਵੀ ਕੀਤਾ ਜਾਂਦਾ ਹੈ। ਤੋ ਇਹ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ, ਜਿਸ ਦੀਆਂ 54 ਪੌੜੀਆਂ ਹਨ, ਜਿਨ੍ਹਾਂ ਦੇ ਵਿੱਚੋਂ 5 ਪੌੜੀਆਂ ਦੀ ਵਿਚਾਰ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੇ ਨਾਲ ਪਿਛੇ ਹੋਈ ਹੈ। 6ਵੀਂ ਪੌੜੀ ਅੱਜ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਜੋ ਕੱਲ ਦੇ ਦੀਵਾਨ ਵਿੱਚ 5ਵੀਂ ਪੌੜੀ ਦੀ ਵਿਚਾਰ ਹੋਈ, ਮਹਾਰਾਜ ਸਾਹਿਬ ਜੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਰੀ ਪਵਿੱਤਰ ਬਾਣੀ ਦੀ ਤਰਤੀਬ, ਜਿਵੇਂ 5ਵੀਂ ਪੌੜੀ 'ਚ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ, ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ। ਵੀ ਕਹਿਣ ਮਾਤਰ ਸਾਰੇ ਸੰਸਾਰ ਦੇ ਜੀਵ ਇਹ ਗੱਲ ਕਹਿੰਦੇ ਆ ਵੀ ਪ੍ਰਮਾਤਮਾ ਇੱਕ ਹੈ, ਵਾਹਿਗੁਰੂ ਇੱਕ ਹੈ, ਪਰ ਇਹਦੇ ਬਾਵਜੂਦ ਵੀ ਜੀਵ ਹਉਮੈ ਅਤੇ ਗਰਭ ਦੇ ਵਿੱਚ ਵਿਆਪੇ ਹੋਏ ਹਨ। ਦੇਹ ਦੀ ਹਉਮੈ ਹੈ, ਗੁਣਾਂ ਦਾ ਹੰਕਾਰ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਅੰਤਰ ਬਾਹਰ ਏਕ ਪਛਾਣੇ, ਉਹ ਘਰ ਮਹਿਲ ਸਜਾਪੈ। ਜਦੋਂ ਗੁਰੂ ਕੀ ਕਿਰਪਾ ਦੇ ਨਾਲ ਜੀਵ ਅੰਦਰ ਬਾਹਰ, ਆਪਣੇ ਹਿਰਦੇ ਦੇ ਅੰਦਰ, ਸਰੀਰ ਦੇ ਅੰਦਰ, ਬਾਹਰ ਸੰਸਾਰ ਦੇ ਵਿੱਚ ਸਭ ਪਾਸੇ ਉਸ ਇੱਕ ਨੂੰ ਪਛਾਣ ਲਵੇ, ਇਸ ਤਰ੍ਹਾਂ ਫਿਰ ਇਹ ਆਪਣੇ ਘਰ ਵਿੱਚ ਰਹਿੰਦਿਆਂ ਹੋਇਆਂ ਵਾਹਿਗੁਰੂ ਜੀ ਦੇ ਮਹਿਲ ਨੂੰ, ਸਰੂਪ ਨੂੰ ਸਿਆਣ ਲਵੇਗਾ। ਆਪਣੇ ਹਿਰਦੇ ਰੂਪੀ ਘਰ ਵਿੱਚ ਹੀ ਉਸ ਵਾਹਿਗੁਰੂ ਜੀ ਦੀ ਪਛਾਣ ਕਰ ਲਵੇਗਾ। ਪ੍ਰਭ ਨੇੜੇ ਹਰ ਦੂਰ, ਨਾ ਜਾਣੋ ਏਕੋ ਸ੍ਰਿਸ਼ਟ ਸਬਾਈ। ਮਹਾਰਾਜ ਨੇ ਆਖਿਆ ਹੈ ਭਾਈ, ਉਹ ਪ੍ਰਭੂ ਤਾਂ ਨੇੜੇ ਹੀ ਆ, ਉਸ ਹਰੀ ਨੂੰ ਦੂਰ ਨਾ ਜਾਣੋ, ਇੱਕੋ ਹੀ ਆ ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੋ ਰਿਹਾ ਹੈ। ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਉਹ ਇੱਕ ਓੰਕਾਰ ਇੱਕੋ ਹੀ ਸਾਰੇ ਪਾਸੇ ਵਿਆਪਕ ਹੈ, ਉਦੋਂ ਤੋਂ ਬਿਨਾਂ ਹੋਰ ਕੋਈ ਅਵਰ ਸਥਾਨ ਤੇ ਦੂਜਾ ਨਹੀਂ ਹੈ। ਇੱਕੋ ਹੀ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ। ਜੋ ਪ੍ਰਭੂ ਇੱਕ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ, ਸਾਡੇ ਸਰੀਰ ਦੇ ਵਿੱਚ ਵਿਆਪਕ ਹੈ, ਹਿਰਦੇ ਦੇ ਵਿੱਚ ਹੈ, ਅੰਦਰ ਬਾਹਰ ਇੱਕੋ ਹੀ ਵਿਆਪਕ ਹੈ, ਫਿਰ ਉਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ? ਉਹਦੇ ਤੋਂ ਇਹ ਜੀਵ ਦੀ ਵਿੱਥ ਕਿਵੇਂ ਬਣੀ ਹੋਈ ਹੈ? ਇਹ ਉਸ ਪਰਮੇਸ਼ਰ ਤੋਂ ਦੂਰ ਕਿਵੇਂ ਹੋਇਆ ਪਿਆ ਹੈ? ਅੱਜ ਦੀ ਇਸ 6ਵੀਂ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਐਸਾ ਦੱਸਦੇ ਹਨ। ਜੋ ਪਿਛਲੀ 5ਵੀਂ ਪੌੜੀ 'ਚ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਵੀ ਇੱਕੋ ਹੀ ਸਾਰੇ ਸਮਾਇਆ ਹੋਇਆ ਹੈ। ਹੁਣ ਇਸ ਪੌੜੀ ਵਿੱਚ ਮਹਾਰਾਜ ਸਾਹਿਬ ਗਰੀਬ ਨਵਾਜ ਸਾਹਿਬ ਜੀ ਪਹਿਲਾਂ ਤੇ ਦੱਸਣਗੇ ਵੀ ਇਹ ਜੀਵ ਉਸ ਇੱਕ ਤੋਂ ਦੂਰ ਕਿਵੇਂ ਹੋ ਰਿਹਾ ਹੈ, ਜਿਹੜਾ ਨਾਲ ਰਹਿੰਦਾ ਉਹਦੇ ਤੋਂ ਦੂਰ ਕਿਵੇਂ ਹੋ ਰਿਹਾ ਹੈ। ਤਾਂ ਫਿਰ ਮਹਾਰਾਜ ਸਾਹਿਬ ਜੀ ਅਖੀਰਲੀ ਪੰਕਤੀ ਵਿੱਚ ਦੱਸਣਗੇ ਕਿ ਉਹਦੀ ਪ੍ਰਾਪਤੀ ਦੀ ਮਰਿਆਦਾ ਕੀ ਹੈ, ਉਸ ਨਾਲ ਜੁੜਿਆ ਕਿਵੇਂ ਜਾ ਸਕਦਾ ਹੈ, ਜਿਸ ਨਾਲ ਉਹ ਵਿਛੜਿਆ ਹੋਇਆ ਹੈ ਉਹਦੇ ਨਾਲ ਮੇਲ ਕਿਵੇਂ ਹੋ ਸਕਦਾ ਹੈ। ਤੋ ਸ਼ਰਧਾ ਭਾਵਨਾ ਸਹਿਤ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਰਸਨਾ ਦਾ ਪਵਿੱਤਰ ਉਪਦੇਸ਼ ਦੱਖਣੀ ਓੰਕਾਰ ਬਾਣੀ ਦਾ ਇਹ 6ਵੀਂ ਪੌੜੀ ਦੇ ਅੰਦਰ ਜੋ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਇਸ ਕਰਤੇ ਕੋ ਕਿਉਂ ਗਹਿ ਰੱਖੋ। ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਜੋ ਕਰਤਾ ਹੈ ਵਾਹਿਗੁਰੂ ਹੈ। ਕਰਤਾ ਉਸ ਨੂੰ ਤਾਂ ਕਿਹਾ ਜਾਂਦਾ ਹੈ, ਉਸਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਕਰਤਾ ਕਰਨ ਵਾਲੇ ਦਾ ਨਾਮ ਹੈ। ਜਿਵੇਂ ਮੂਲ ਮੰਤਰ 'ਚ ਮਹਾਰਾਜ ਸਾਹਿਬ ਜੀ ਨੇ ਫਰਮਾਇਆ, ਕਰਤਾ ਪੁਰਖ
ਉਹ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਪੁਰਖ ਵਿਆਪਕ ਹੈ। ਐਸਾ ਜਿਹੜਾ ਕਰਤਾ ਹੈ, ਜਿਸ ਨੇ ਸਾਡੀ ਵੀ ਸਿਰਜਣਾ ਕੀਤੀ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ, ਇੱਕ ਇੱਕ ਜੀਵ ਦੀ ਜਿਸ ਨੇ ਘਾੜਤ ਘੜੀ ਹੈ, ਇੱਕ ਇੱਕ ਜੀਵ ਨੂੰ ਜਿਸ ਨੇ ਪੈਦਾ ਕੀਤਾ, ਫਿਰ ਕਰਤਾ ਹੈ ਕਿੱਡਾ ਵੱਡਾ, ਜਿਸ ਨੇ ਕਰੋੜਾਂ ਖੰਡਾਂ ਬ੍ਰਹਿਮੰਡਾਂ ਨੂੰ ਸਿਰਜਿਆ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਕਰੋੜਾਂ ਬ੍ਰਹਿਮੰਡਾਂ ਦਾ ਉਹ ਠਾਕੁਰ ਹੈ, ਸੁਆਮੀ ਮਾਲਕ ਹੈ। ਇੱਕ ਫੁਰਨੇ ਮਾਤਰ ਦੇ ਨਾਲ ਹੀ ਉਸ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਹਰਨ ਭਰਨ ਜਾਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਏਡਾ ਵੱਡਾ ਕਰਤਾ, ਜਿਸ ਦੀ ਏਡੀ ਵੱਡੀ ਰਚਨਾ ਹੈ। ਕੋਈ 1 ਕਰੋੜ ਨਹੀਂ, ਕਿੰਨੇ ਕੁ ਕਰੋੜ ਉਹਨੇ ਖੰਡ ਬ੍ਰਹਿਮੰਡ ਸਿਰਜੇ ਆ, ਇਹ ਉਹ ਆਪ ਹੀ ਜਾਣਦਾ, ਦੂਜਾ ਨਹੀਂ ਕੋਈ ਜਾਣ ਸਕਦਾ। ਜਾਂ ਉਸੇ ਦਾ ਹੀ ਸਰੂਪ, ਉਸ ਨਿਰਗੁਣ ਬ੍ਰਹਮ ਦਾ ਹੀ ਸਰਗੁਣ ਸਰੂਪ ਸਤਿਗੁਰੂ ਜੀ ਜਾਣਦੇ। ਫਿਰ ਸਤਿਗੁਰੂ ਜੀ ਆਪਣੀ ਰਚਨਾ ਤੋਂ ਕਥਨ ਵੀ ਕਰਦੇ। ਤਾਂ ਮਹਾਰਾਜ ਕਹਿੰਦੇ ਆ, ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ। ਕਦੀ ਦਸਤਗੀਰ ਪੀਰ ਨੇ ਆਖਿਆ ਵੀ ਸੀ ਜਗਤ ਗੁਰੂ ਜੀ ਨੂੰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਦੋਂ ਬਗਦਾਦ ਵਿੱਚ ਗਏ ਸਨ, ਗੜ ਬਗਦਾਦ ਨਿਵਾਏ ਕਹਿ ਮੱਕਾ ਮਦੀਨਾ ਸਭ ਨਿਵਾਇਆ। ਬਗਦਾਦ ਦੇ ਪੀਰ ਦਸਤਗੀਰ ਨੇ ਕਿਹਾ ਸੀ ਕਿ ਸਾਡੇ ਮੱਧ ਵਿੱਚ ਤਾਂ 7 ਪਤਾਲ ਕਹੇ ਜਾਂਦੇ ਆ ਤੇ 7 ਆਕਾਸ਼ ਕਹੇ ਜਾਂਦੇ ਆ, ਤੁਸੀਂ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਆਖੇ। ਤੇ ਮਹਾਰਾਜ ਨੇ ਆਖਿਆ, ਪੀਰ ਜੀ, ਜਿੰਨਾ ਕਿਸੇ ਨੂੰ ਕਰਤਾ ਪੁਰਖ ਨਜ਼ਰ ਦਿੰਦਾ, ਉਨਾ ਹੀ ਉਹ ਵੇਖਦਾ ਹੈ। ਤੁਹਾਡੇ ਬਜ਼ੁਰਗਾਂ ਨੂੰ, ਪੈਗੰਬਰਾਂ ਨੂੰ ਜਿੰਨਾ ਦਿਸਿਆ, ਉਹਨਾਂ ਨੂੰ 7 ਪਤਾਲ ਦਿਸੇ ਤੇ 7 ਆਕਾਸ਼ ਦਿਸੇ। ਉਹਨਾਂ ਨੇ 7 ਪਤਾਲ ਤੇ 7 ਆਕਾਸ਼ ਆਖੇ। 7 ਪਤਾਲ ਤੇ 7 ਆਕਾਸ਼ ਵੀ ਆ ਪਰਮੇਸ਼ਰ ਦੀ ਰਚਨਾ ਦੇ ਵਿੱਚ। ਪਰ ਮਹਾਰਾਜ ਕਹਿੰਦੇ 7 ਪਤਾਲ ਤੇ 7 ਆਕਾਸ਼ਾਂ ਤੋਂ ਅੱਗੇ ਅਖੀਰ ਨਹੀਂ ਆ ਜਾਂਦੀ, ਅੱਗੇ ਅੰਤ ਨਹੀਂ ਆ ਜਾਂਦਾ। ਸਾਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ, ਕਰਤਾਰ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵਿਖਾਏ ਆ। ਤੇ 1 ਲੱਖ ਨਹੀਂ ਆਖਿਆ ਬਾਬਾ ਜੀ ਨੇ, ਲੱਖਾਂ ਆਖਿਆ। ਲੱਖਾਂ ਦਾ ਵੀ ਕੋਈ ਅੰਤ ਨਹੀਂ। ਮਹਾਰਾਜ ਕਹਿੰਦੇ ਉਦੋਂ ਅੱਗੇ ਵੀ ਕੋਈ ਓੜਕ ਨਹੀਂ ਹੈ। ਭਾਲਣ ਵਾਲਾ ਥੱਕ ਜਾਂਦਾ ਹੈ, ਸਿਰਾ ਕੋਈ ਨਹੀਂ ਆਉਂਦਾ। ਦਸਤਗੀਰ ਪੀਰ ਨੇ ਆਖਿਆ, ਜੀ ਮੈਨੂੰ ਵਿਖਾਓ ਤਾਂ ਤਸੱਲੀ ਹੋਵੇ। ਸਤਿਗੁਰੂ ਕਹਿੰਦੇ, ਚੱਲ ਪੀਰ ਸਾਡੇ ਨਾਲ, ਵਿਖਾ ਦਿੰਦੇ ਹਾਂ। ਉਹਨੇ ਕਿਹਾ, ਮੈਂ ਤਾਂ ਬਜ਼ੁਰਗ ਆ, ਵੇਂਦਾ ਵੇਂਦਾ ਹੀ ਰਾਹ ਵਿੱਚ ਹੀ ਰਹਿ ਜਾਵਾਂਗਾ। ਆ ਮੇਰੇ ਚੇਲੇ ਨੂੰ, ਮੇਰੇ ਬੇਟੇ ਨੂੰ ਲੈ ਜਾਓ। ਭਾਈ ਗੁਰਦਾਸ ਸਾਹਿਬ ਜੀ ਵਾਰਾਂ ਤੇ ਲਿਖਦੇ, ਨਾਲ ਲੀਤਾ ਬੇਟਾ ਪੀਰ ਕਾ, ਅੱਖੀ ਮੀਟ ਗਿਆ ਹਵਾਈ। ਜਿਵੇਂ ਹਵਾ ਜਾਂਦੀ ਹੈ ਨਾ, ਇਸੇ ਤਰ੍ਹਾਂ ਹੀ ਮਹਾਰਾਜ ਨੇ ਨੇਤਰ ਮੀਟੇ ਉਹਦੇ ਪੀਰ ਦੇ ਚੇਲੇ ਨੂੰ, ਜਿਸ ਨੂੰ ਉਹ ਬੇਟਾ ਹੀ ਕਹਿੰਦਾ ਸੀ, ਉਹਦਾ ਚੇਲਾ ਸੀ। ਭਾਈ ਸਾਹਿਬ ਜੀ ਨੇ ਵੀ ਬੇਟਾ ਹੀ ਲਿਖਿਆ ਵਾਰਾਂ ਵਿੱਚ, ਨਾਲ ਲੀਤਾ ਬੇਟਾ ਪੀਰ ਕਾ। ਉਹਨੂੰ ਵੀ ਆਖਿਆ, ਕਾਕਾ ਨੇਤਰ ਮੀਟ ਤੇ ਕਹੋ ਸਤ ਕਰਤਾਰ। ਨੇਤਰ ਮੀਟ ਕੇ ਜਦੋਂ ਆਖਿਆ, ਉਸੇ ਵੇਲੇ ਮਹਾਰਾਜ ਸਾਹਿਬ ਜੀ ਲੈ ਗਏ ਤੇ ਵਿਖਾਈ ਰਚਨਾ। ਲੱਖਾਂ ਪਤਾਲ ਵਿਖਾਏ, ਲੱਖਾਂ ਆਕਾਸ਼ ਵਿਖਾਏ। ਨਾਲ ਲੀਤਾ ਬੇਟਾ ਪੀਰ ਕਾ, ਅੱਖੀ ਮੀਟ ਗਿਆ ਹਵਾਈ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ, ਗੁਰੂ ਘਰ ਦੇ ਮਹਾਨ ਗੁਰਸਿੱਖ, ਜਿਨ੍ਹਾਂ ਨੇ ਆਪਣੀ ਕਰਮ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ। 5ਵੇਂ ਪਾਤਸ਼ਾਹੀ ਦੇ ਪਿਆਰੇ ਸਿੱਖ, ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਤਾਂ ਸਗੇ ਭਤੀਜੇ ਹੋਏ ਆ ਭਾਈ ਗੁਰਦਾਸ ਸਾਹਿਬ। ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਭਰਾ ਬਾਬਾ ਈਸ਼ਰਦਾਸ ਜੀ ਦੇ ਸੁਪੁੱਤਰ ਹੋਏ ਭੱਲੇ ਬੰਸ ਵਿੱਚੋਂ। ਤੀਜੇ ਪਾਤਸ਼ਾਹ ਜੀ ਦੀ ਵੀ ਖੁਸ਼ੀ ਪ੍ਰਾਪਤ ਕੀਤੀ, ਚੌਥੇ ਪਾਤਸ਼ਾਹ ਜੀ ਦੀ ਵੀ ਖੁਸ਼ੀ ਪ੍ਰਾਪਤ ਕੀਤੀ, 5ਵੇਂ ਮਹਾਰਾਜ ਦੀ ਵੀ ਤੇ 6ਵੇਂ ਪਾਤਸ਼ਾਹ ਜੀ ਦੀ। ਭਾਈ ਗੁਰਦਾਸ ਸਾਹਿਬ ਜੀ ਨੇ 4 ਗੁਰੂ ਸਾਹਿਬਾਂ ਦੀ ਸੰਗਤ ਕੀਤੀ। ਉਹ ਲਿਖਦੇ ਆ, ਨਾਲ ਲੀਤਾ ਬੇਟਾ ਪੀਰ ਕਾ, ਅੱਖੀ ਮੀਟ ਗਿਆ ਹਵਾਈ।
ਲੱਖ ਪਾਤਾਲ ਆਕਾਸ਼, ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਕਿੰਨੇ ਕ ਸਮੇਂ 'ਚ ਵਿਖਾ ਦਿੱਤੇ? ਭਾਈ ਸਾਹਿਬ ਕਹਿੰਦੇ ਅੱਖ ਫਰਕਣ ਦੇ ਸਮੇਂ ਜਿੰਨੇ ਵਿੱਚ, ਇੰਨੇ ਕ ਸਮੇਂ ਵਿੱਚ ਹੀ ਵਿਖਾ ਦਿੱਤੇ। ਕਿਉਂਕਿ ਸਾਡੇ ਦ੍ਰਿਸ਼ਟੀ ਦੇ ਵਿੱਚ, ਸਾਡੀ ਸਮਝ ਦੇ ਵਿੱਚ, ਸਾਡੇ ਸਾਹਮਣੇ ਜਿਹੜਾ ਸਮਾਂ ਹੈ, ਤੇ ਜਿਹੜਾ ਗੁਰੂ ਸਾਹਿਬ ਜੀ ਦੇ ਸਾਹਮਣੇ ਸਤਿਗੁਰੂ ਸਾਹਿਬ ਜੀ ਸਮੇਂ ਨੂੰ ਵੱਡਾ ਵੀ ਕਰ ਸਕਦੇ ਆ ਤੇ ਸਮੇਂ ਨੂੰ ਛੋਟਾ ਵੀ ਕਰ ਲੈਂਦੇ ਆ। ਮਹਾਰਾਜ ਸਾਹਿਬ ਜੀ ਅੱਖ ਫਰਕਣ ਜਿੰਨੇ ਸਮੇਂ ਵਿੱਚ ਹੀ ਬਹੁਤ ਕੁਝ ਵਿਖਾਉਣ ਦੀ ਸਮਰੱਥਾ ਰੱਖਦੇ, ਕਿਉਂਕਿ ਸਾਡੀ ਜਿਹੜੀ ਬੁੱਧੀ ਹੈ ਇਹਦੀ ਸਮਝਣ ਦੀ ਕੋਈ ਸਮਰੱਥਾ ਵਾ, ਇਹਦੀ ਕੋਈ ਸ਼ਕਤੀ ਆ, ਪਰ ਜੋ ਵਾਹਿਗੁਰੂ ਦੀ ਰਚਨਾ ਵਾ ਇਸ ਬੁੱਧੀ ਤੋਂ ਕਿਤੇ ਪਰੇ ਦੀ ਗੱਲ ਆ। ਜਦੋਂ ਆਪਾਂ ਇਸ ਗੱਲ ਦੀ ਵਿਆਖਿਆ ਗੁਰਬਾਣੀ ਹੀ ਕਰਦੀ ਹੈ, ਸਾਡੇ ਮਨ ਵਿੱਚ ਤਾਂ ਸ਼ੰਕਾ ਹੋਵੇਗਾ ਕਿ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਿਵੇਂ ਵੇਖੇ ਜਾ ਸਕਦੇ ਆ, ਵੀ ਇੰਨੇ ਸਮੇਂ ਵਿੱਚ ਤਾਂ ਇੱਕ ਮਕਾਨ ਨਹੀਂ ਵੇਖਿਆ ਜਾ ਸਕਦਾ। ਸਾਡਾ ਮਨੁੱਖੀ ਮਨ ਦੇ ਵਿੱਚ ਤਾਂ ਸ਼ੰਕਾ ਆਵੇਗਾ ਹੀ ਨਾ, ਖਿਆਲ ਆਵੇਗਾ ਵੀ ਅੱਖ ਝਮਕਦਿਆਂ ਕਿੰਨਾ ਕੁ ਸਮਾਂ ਲੱਗਦਾ ਭਲਾ, ਇੱਕ ਵਾਰੀ ਅੱਖ ਨੂੰ ਖੋਲਣਾ ਤੇ ਇੱਕ ਵਾਰੀ ਮੀਟਣਾ, ਇੰਨਾ ਸਮਾਂ ਕਿੰਨਾ ਕੁ ਹੁੰਦਾ? ਇੰਨੇ ਸਮੇਂ ਦੇ ਵਿੱਚ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਿਵੇਂ ਵੇਖੇ ਜਾ ਸਕਦੇ? ਆਵੇਗਾ ਨਾ ਸ਼ੰਕਾ ਮਨ ਵਿੱਚ। ਪਰ ਇਸ ਸ਼ੰਕੇ ਦੀ ਨਿਵਰਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਰਦੇ ਆ ਸੁਖਮਨੀ ਸਾਹਿਬ ਦੇ ਵਿੱਚ। ਜਿਹੜੇ ਮਾਈ ਭਾਈ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਨਾ, ਸੁਖਮਨੀ ਸਾਹਿਬ ਚ ਮਹਾਰਾਜ ਸਾਹਿਬ ਨੇ ਫਰਮਾਇਆ ਕਿ ਪਰਮੇਸ਼ਰ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਸ੍ਰਿਸ਼ਟੀ ਬਣਾ ਦਿੰਦਾ ਵਾ, ਤੇ ਜਦੋਂ ਉਹਦੀ ਮੌਜ ਹੁੰਦੀ ਆ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਹੀ ਸ੍ਰਿਸ਼ਟੀ ਬਣਾਈ ਹੋਈ ਨੂੰ, ਪੈਦਾ ਕੀਤੀ ਨੂੰ ਸਮਾਪਤ ਵੀ ਕਰ ਦਿੰਦਾ। ਏਡਾ ਵੱਡਾ ਕਰਤਾ ਵਾ, ਇੰਨੀ ਸਮਰੱਥਾ ਵਾਲਾ ਉਹ ਕਰਤਾ ਵਾ। ਹਰਨ ਭਰਨ ਜਾ ਕਾ ਨੇਤਰ ਫੋਰ, ਨੇਤਰ ਫੋਰ ਦਾ ਮਤਲਬ ਹੀ ਅੱਖ ਝਮਕਣ ਜਿੰਨਾ ਸਮਾਂ। ਨੇਤਰ ਫੋਰ ਅੱਖ ਨੂੰ ਖੋਲਣਾ ਤੇ ਮੀਟਣਾ। ਭਰਨ ਨਾਮ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਦਾ, ਹਰਨ ਨਾਮ ਹੈ ਸ੍ਰਿਸ਼ਟੀ ਨੂੰ ਨਾਸ਼ ਕਰਨ ਦਾ। ਹਰਨ ਭਰਨ ਜਾ ਕਾ ਨੇਤਰ ਫੋਰ, ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ ਏਡੀ ਵੱਡੀ ਸਮਰੱਥਾ ਵਾ ਕਿ ਉਹ ਅੱਖ ਖੋਲਣ ਮੀਟਣ ਜਿੰਨੇ ਸਮੇਂ ਵਿੱਚ ਹੀ ਸ੍ਰਿਸ਼ਟੀ ਨੂੰ ਪੈਦਾ ਵੀ ਕਰ ਦਿੰਦਾ ਤੇ ਇੰਨੇ ਸਮੇਂ ਵਿੱਚ ਸਮਾਪਤ ਵੀ ਕਰ ਦਿੰਦਾ। ਤੇ ਅਗਲੀ ਗੱਲ ਮਹਾਰਾਜ ਨੇ ਇਹ ਆਖੀ ਵੀ ਇਹ ਜਿਹੜੀ ਸਲਾਹ, ਇਹ ਜਿਹੜਾ ਮੰਤਰ ਹੈ, ਇਹ ਜੋ ਮਸ਼ਵਰਾ, ਇਹ ਸਿਰਫ ਪਰਮੇਸ਼ਰ ਵਾਹਿਗੁਰੂ ਦਾ ਹੀ ਆ। ਇਸ ਮੰਤਰ ਨੂੰ ਕੋਈ ਦੂਜਾ ਨਹੀਂ ਜਾਣ ਸਕਦਾ, ਇਸ ਗੱਲ ਨੂੰ ਕੋਈ ਦੂਜਾ ਨਹੀਂ ਜਾਣ ਸਕਦਾ ਵੀ ਇੰਨੇ, ਕਿਉਂਕਿ ਇਹਦੇ ਤੋਂ ਅੱਗੇ ਦੂਜਾ ਸਵਾਲ ਇਹ ਹੋਵੇਗਾ ਨਾ ਵੀ ਇੰਨੇ ਸਮੇਂ ਵਿੱਚ ਉਹ ਕਿਵੇਂ ਬਣਾ ਸਕਦਾ। ਮਹਾਰਾਜ ਕਹਿੰਦੇ ਦੂਜਾ ਕੋਈ ਜਾਣ ਨਹੀਂ ਸਕਦਾ। ਤਿਸ ਕਾ ਮੰਤਰ ਨਾ ਜਾਣੈ ਹੋਰ, ਪਰਮੇਸ਼ਰ ਦੇ ਮੰਤਰ ਨੂੰ, ਉਹਦੀ ਸਲਾਹ ਨੂੰ, ਉਹਦੀ ਸਮਰੱਥਾ ਨੂੰ ਕੋਈ ਦੂਜਾ ਨਹੀਂ ਜਾਣ ਸਕਦਾ। ਸਿਰਫ ਕਿਉਂ ਹੀ ਰਹਿ ਜਾਣਾ ਪੱਲੇ ਵੀ ਕਿਉਂ ਤੇ ਕਿਵੇਂ ਕਰ ਸਕਦਾ। ਮਹਾਰਾਜ ਕਹਿੰਦੇ ਉਹ ਰੱਬ ਆ, ਉਹ ਕਰਤਾ ਵਾ, ਉਹ ਪਰਮੇਸ਼ਰ ਆ, ਉਹ ਜੋ ਚਾਹੇ ਉਹ ਕਰ ਸਕਦਾ। ਇਸ ਕਰਕੇ ਉਹਨੂੰ ਸਮਰੱਥ ਆਖਿਆ, ਸਮਰੱਥ, ਸਰਬ ਕਲਾ ਸਮਰੱਥ। ਉਹ ਬਣਾ ਸਕਦਾ ਇੰਨੇ ਸਮੇਂ ਦੇ ਵਿੱਚ। ਤੇ ਜਿਹੜਾ ਪਰਮੇਸ਼ਰ ਅੱਖ ਖੋਲਣ ਤੇ ਮੀਟਣ ਜਿੰਨੇ ਸਮੇਂ ਦੇ ਵਿੱਚ ਸ੍ਰਿਸ਼ਟੀ ਪੈਦਾ ਕਰ ਦਿੰਦਾ ਵਾ, ਕਰੋੜਾਂ ਖੰਡ ਬ੍ਰਹਿਮੰਡ ਉਹਨੇ ਪੈਦਾ ਕਰ ਦਿੱਤੇ ਇੰਨੇ ਸਮੇਂ ਦੇ ਵਿੱਚ। ਕਿਤੇ ਬਾਣੀ 'ਚ ਲਿਖਿਆ ਹੈ ਵੀ ਉਹ ਇੱਕ ਬੋਲ ਦੇ ਨਾਲ ਹੀ ਬਣਾ ਦਿੰਦਾ ਸਾਰਾ ਕੁਝ। ਜਪਜੀ ਸਾਹਿਬ 'ਚ ਵੀ ਆਖਿਆ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਕੱਲੇ ਪਾਣੀ ਦੇ ਹੀ ਨਹੀਂ, ਆ ਇਨਸਾਨਾਂ ਦੇ ਵੀ ਤੇ ਦਰਿਆ ਹੀ ਆ ਨਾ। ਕਿੰਨੀ ਦੁਨੀਆ, ਅਰਬਾਂ ਖਰਬਾਂ, ਤੇ ਕੱਲੇ ਪਾਣੀ ਦੇ ਦਰਿਆ ਹੀ ਤੇ ਨਹੀਂ, ਪਸ਼ੂਆਂ ਦੇ ਵੀ ਦਰਿਆ, ਪੰਛੀਆਂ ਦੇ ਵੀ ਦਰਿਆ, ਬਨਸਪਤੀ ਦੇ ਵੀ ਦਰਿਆ, ਪਹਾੜਾਂ ਦੇ ਵੀ ਦਰਿਆ, ਧਰਤੀਆਂ ਵੀ ਕਿੰਨੀਆਂ। ਧਰਤੀ ਹੋਰ ਪਰੈ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਉਹਨੇ ਲੱਖਾਂ ਦਰਿਆ ਬਣਾ ਦਿੱਤੇ। ਏਡਾ ਵੱਡਾ ਉਹ ਕਰਤਾ ਪੁਰਖ ਪਰਮੇਸ਼ਰ ਹੈ। ਤੇ ਫਿਰ ਜਿਹੜਾ ਅੱਖ ਖੋਲਣ ਮੀਟਣ ਜਿੰਨੇ ਸਮੇਂ ਦੇ ਵਿੱਚ ਕਰੋੜਾਂ ਖੰਡ ਬ੍ਰਹਿਮੰਡ ਬਣਾ ਸਕਦਾ ਵਾ, ਬਣਾਉਂਦਾ ਵਾ, ਤੇ ਉਹਨੂੰ ਵਿਖਾਉਣਾ ਤੇ ਕੋਈ ਔਖਾ ਨਹੀਂ ਨਾ ਇੰਨੇ ਸਮੇਂ ਦੇ ਵਿੱਚ। ਜਿਹੜੀ ਵਸਤੂ
ਬਣਾਉਣ ਦੇ ਉੱਤੇ ਜਿੰਨਾ ਸਮਾਂ ਲੱਗੇ, ਉਹਨੂੰ ਵੇਖਣ ਤੇ ਵਿਖਾਉਣ ਦੇ ਉੱਤੇ ਉਨਾ ਸਮਾਂ ਨਹੀਂ ਲੱਗਦਾ। ਵੇਖਿਆ ਤੇ ਉਦੋਂ ਬਹੁਤ ਘੱਟ ਸਮੇਂ ਵਿੱਚ ਜਾਂਦੀ ਹੈ। ਜਾਣੋ ਵੀ ਇਹ ਮਹਾਰਾਜ ਸਾਹਿਬ ਜੀ ਦੇ, ਜਗਤ ਗੁਰੂ ਜੀ ਦੇ ਪਵਿੱਤਰ ਦਰਬਾਰ ਦੀ ਇਮਾਰਤ ਹੈ, ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ। ਇਹਨੂੰ ਬਣਾਉਣ ਲੱਗਿਆਂ ਤੇ ਕਿੰਨੇ ਸਾਲ ਲੱਗੇ ਹੋਣਗੇ। ਨੀਹਾਂ ਤੋਂ ਲੈ ਕਰਕੇ ਗੁੰਬਦ ਤੱਕ ਬਣਾਉਂਦਿਆਂ, ਇਹਦੀ ਰਚਨਾ ਕਰਦਿਆਂ ਪਹਿਲੋਂ ਇੱਟਾਂ ਦੀ ਚਿਣਾਈ, ਫਿਰ ਉੱਤੇ ਹੋਰ ਰੰਗ ਰੋਗਣ, ਫਿਰ ਉੱਤੇ ਕਲਸ਼ ਚੜਾਏ ਗਏ। ਕਿੰਨਾ ਸਮਾਂ ਲੱਗਾ ਹੋਵੇਗਾ ਇਹਨੂੰ ਬਣਾਉਂਦਿਆਂ। ਪਰ ਇਹਦੇ ਦਰਸ਼ਨ ਕਰਦਿਆਂ ਤੇ ਅੰਦਰੋਂ ਬਾਹਰੋਂ ਵੇਖਦਿਆਂ ਤੇ ਥੋੜੇ ਸਮੇਂ ਵਿੱਚ ਹੀ ਵੇਖ ਲਈਦਾ। ਪਰਮੇਸ਼ਰ ਅੱਖ ਝਮਕਣ ਜਿੰਨੇ ਸਮੇਂ ਵਿੱਚ ਕਰੋੜਾਂ ਖੰਡ ਬ੍ਰਹਿਮੰਡ, ਲੱਖਾਂ ਪਤਾਲ, ਲੱਖਾਂ ਆਕਾਸ਼, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਉਹ ਇੱਕ ਅੱਖ ਝਮਕਣ ਜਿੰਨੇ ਸਮੇਂ ਵਿੱਚ ਹੀ ਬਣਾ ਦਿੰਦਾ ਹੈ। ਤੇ ਇੰਨੇ ਸਮੇਂ ਵਿੱਚ ਵੇਖਣਾ ਵਿਖਾਉਣਾ ਉਹਦੇ ਵਾਸਤੇ ਕੋਈ ਔਖਾ ਨਹੀਂ। ਭਾਈ ਸਾਹਿਬ ਕਹਿੰਦੇ, ਨਾਲ ਲੀਤਾ ਬੇਟਾ ਪੀਰ ਕਾ, ਅੱਖੀ ਮੀਟ ਗਿਆ ਹਵਾਈ, ਲੱਖ ਪਾਤਾਲ ਆਕਾਸ਼, ਲੱਖ ਅੱਖ ਫੁਰਕ ਵਿੱਚ ਸਭ ਦੇ ਖਲਾਈ। ਅੱਖ ਫਰੱਕੇ ਦੇ ਵਿੱਚ ਹੀ ਸਾਰੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦਸਤਗੀਰ ਪੀਰ ਦੇ ਬੇਟੇ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵਿਖਾ ਦਿੱਤੇ। ਜਿੱਥੇ ਜਾਂਦੇ ਉੱਥੇ ਸੰਗਤ ਹੈ, ਉੱਥੇ ਨਾਮ ਬਾਣੀ ਦਾ ਪ੍ਰਵਾਹ ਹੈ। ਤੇ ਮਹਾਰਾਜ ਸਾਹਿਬ ਜੀ ਨੇ ਇੱਕ ਭਾਂਡਾ ਦਿੱਤਾ ਪੀਰ ਦੇ ਬੇਟੇ ਨੂੰ। ਉਹਨੂੰ ਕਹਿਣ ਲੱਗੇ, ਕਿਣਕਾ ਕਿਣਕਾ ਪ੍ਰਸ਼ਾਦ ਦਾ ਪਵਾਈ ਚੱਲ ਨਾਲ। ਉਹ ਕਿਣਕਾ ਕਿਣਕਾ ਪ੍ਰਸ਼ਾਦ ਦਾ ਪਵਾਇਆ। ਭਰ ਕਚਕੌਲ ਪ੍ਰਸ਼ਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ, ਤੇ ਧੁਰੋਂ ਪਤਾਲ ਦੇ ਵਿੱਚੋਂ ਫਿਰ ਉਹ ਕੜਾਹ ਪ੍ਰਸ਼ਾਦ ਨਾਲ ਲੈ ਕੇ ਆਂਦਾ। ਉਹਨੇ ਬੇਨਤੀ ਕੀਤੀ, ਜੀ ਮੈਂ ਵੇਂਦਾ ਵੇਂਦਾ ਹੁਣ ਥੱਕ ਗਿਆ, ਵਾਪਸ ਲੈ ਚਲੋ। ਤੇ ਫਿਰ ਵਾਪਸ ਲੈ ਕੇ ਆਏ। ਇੱਧਰ ਸਾਰੇ ਹਾਲੇ ਉਤਰਾ ਹੀ ਉੱਥੇ ਬੈਠੇ ਹੋਏ, ਪੀਰ ਵੀ ਉੱਥੇ ਆ, ਬਾਕੀ ਸਾਰੀ ਸੰਗਤ ਵੀ, ਸਾਰੇ ਲੋਕ ਵੀ ਨਗਰ ਦੇ ਉੱਥੇ ਹਨ। ਉਹਨਾਂ ਆਖਿਆ, ਜੀ ਹੁਣੇ ਹੀ ਤਾਂ ਤੁਸੀਂ ਗਏ ਸੀ, ਹੁਣੇ ਹੀ ਆ ਗਏ। ਤੇ ਜਿਹੜਾ ਪੀਰ ਦਾ ਬੇਟਾ ਸੀ ਉਹਨੇ ਆਖਿਆ, ਜੀ ਮੈਨੂੰ ਤਾਂ ਬੜਾ ਚਿਰ ਹੋ ਗਿਆ ਗਏ ਹੋਏ, ਮੈਂ ਤੇ ਇਹਨਾਂ ਨੂੰ ਬੇਨਤੀ ਕਰਕੇ ਆਖਿਆ ਵੀ ਵਾਪਸ ਲੈ ਚਲੋ, ਮੈਂ ਹੁਣ ਥੱਕ ਗਿਆ ਵੇਂਦਾ ਵੇਂਦਾ। ਇਹ ਸਤਿਗੁਰਾਂ ਦੀ ਅਚਰਜ ਕੁਦਰਤ ਹੈ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਤਾਂ ਮਹਾਰਾਜ ਸਾਹਿਬ ਜੀ ਨੇ ਇਸ ਤਰੀਕੇ ਨਾਲ ਬੇਅੰਤ ਰਚਨਾ ਜਿਹੜੀ ਉਹ ਵਿਖਾਈ ਸੀ ਦਸਤਗੀਰ ਪੀਰ ਦੇ ਬੇਟੇ ਨੂੰ। ਤਾਂ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਕਿੱਡੀ ਵੱਡੀ ਰਚਨਾ ਰਚੀ ਹੈ। ਉਹ ਸਾਰੀ ਰਚਨਾ ਦਾ ਮਾਲਕ ਇਸ ਕਰਕੇ ਉਹਨੂੰ ਸਾਰੀ ਰਚਨਾ ਦੇ ਰਚਨਹਾਰ ਨੂੰ ਕਰਤਾ ਆਖਿਆ ਬਾਣੀ ਦੇ ਅੰਦਰ। ਤੇ ਕਰਤਾ ਹੋਣ ਦੇ ਨਾਲ ਨਾਲ ਉਹ ਪੁਰਖ ਵੀ ਹੈ। ਪੁਰਖ ਦਾ ਭਾਵ ਹੈ ਵਿਆਪਕ। ਇਹ ਨਹੀਂ ਵੀ ਰਚਨਾ ਰਚ ਕੇ ਤੇ ਆਪ ਕਿਤੇ ਪਾਸੇ ਜਾ ਕੇ ਬੈਠਾ। ਜਿੰਨੀ ਰਚਨਾ ਰਚੀ ਹੈ, ਹਰੇਕ ਜੀਵ ਜੰਤੂ ਦੇ ਅੰਦਰ ਉਹਨੇ ਆਪਣੀ ਜੋਤ ਟਿਕਾਈ ਹੋਈ ਹੈ। ਹਰੇਕ ਰਚਨਾ ਦੇ ਅੰਦਰ, ਪਾਣੀ ਵਿੱਚ ਵੀ, ਅੱਗ ਵਿੱਚ ਵੀ, ਮਿੱਟੀ ਵਿੱਚ ਵੀ, ਹਵਾ ਵਿੱਚ ਵੀ, ਆਕਾਸ਼ ਵਿੱਚ ਵੀ। ਪੰਜੇ ਤੱਤਾਂ ਨੂੰ ਆਪ ਪੈਦਾ ਕੀਤਾ। ਪੰਜੇ ਤੱਤਾਂ ਦੁਆਰਾ ਸੰਸਾਰ ਦੀ ਰਚਨਾ ਕੀਤੀ। ਪਾਂਚ ਤੱਤ ਕੋ ਤਨ ਰਚਿਓ, ਸਰੀਰ ਵੀ ਪੰਜਾਂ ਤੱਤਾਂ ਦੇ ਰਚੇ। ਜਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਤੇ ਤੱਤਾਂ ਦੇ ਵਿੱਚ ਵੀ ਆਪਣੀ ਜੋਤ ਨੂੰ ਟਿਕਾਇਆ ਹੋਇਆ। ਹਵਾ ਵਿੱਚ ਵੀ ਆਪਣੀ ਜੋਤ ਟਿਕਾਈ ਹੋਈ ਹੈ। ਪਾਣੀ 'ਚ ਵੀ ਆਪਣੀ ਜੋਤ ਰੱਖੀ ਹੋਈ ਹੈ। ਅੱਗ ਵਿੱਚ ਵੀ ਆਪਣੇ ਆਪ ਨੂੰ ਉਹਨੇ ਰੱਖਿਆ ਹੋਇਆ ਹੈ। ਮਿੱਟੀ ਵਿੱਚ ਵੀ ਆਪਣੇ ਆਪ ਨੂੰ ਰੱਖਿਆ ਹੋਇਆ। ਆਕਾਸ਼ ਵਿੱਚ ਵੀ ਆਪਣੇ ਆਪ ਨੂੰ ਰੱਖਿਆ। ਇਸ ਨੂੰ ਗੁਰਬਾਣੀ ਦੇ ਅੰਦਰ ਮਹਾਰਾਜ ਨੇ ਇਸ ਤਰ੍ਹਾਂ ਵੀ ਕਿਹਾ ਵੀ ਸਭ ਮਹਿ ਜੋਤ ਜੋਤ ਹੈ ਸੋਏ। ਜਦੋਂ ਸਭ ਮੈਂ ਕਹਿ ਦਿੱਤਾ ਤੇ ਖਾਲੀ ਕੋਈ ਨਹੀਂ ਰਹਿ ਗਿਆ, ਜੋਤ ਤੋਂ ਬਿਨਾਂ ਵਾਂਝਾ ਹੀ ਕੋਈ ਨਹੀਂ ਰਹਿ ਗਿਆ। ਕੱਲੇ ਮਨੁੱਖਾਂ ਵਿੱਚ ਹੀ ਨਹੀਂ ਵੀ ਪਰਮੇਸ਼ਰ ਦੀ ਜੋਤ ਹੈ, ਸਾਰੇ ਜੀਵਾਂ ਜੰਤੂਆਂ 'ਚ ਮਹਾਰਾਜ ਕਹਿੰਦੇ ਉਸ ਪ੍ਰਭੂ ਦੀ ਜੋਤ ਹੈ। ਜਿਸ ਨੂੰ ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਕਥਨ ਕਰਦੇ ਹਨ, ਜਲਸ ਤੋਂ ਹੀ, ਥਲਸ ਤੋਂ ਹੀ, ਨਦਸ ਤੋਂ ਹੀ, ਨਦਸ ਤੋਂ ਹੀ, ਬ੍ਰਿਸ਼ਸ ਤੋਂ ਹੀ। ਸਾਰੇ ਪਾਸੇ ਹੈ ਵਾਹਿਗੁਰੂ। ਤੇ ਅੱਗੇ ਕਹਿੰਦਿਆਂ ਕਹਿੰਦਿਆਂ ਫਿਰ ਮਹਾਰਾਜ ਮੌਜ ਵਿੱਚ ਆ ਕੇ ਇਹ ਪਾਉਂਟਾ ਸਾਹਿਬ ਦੇ ਧਰਤੀ ਤੇ ਜਮਨਾ ਨਦੀ ਦੇ ਕੰਢੇ ਤੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਸੀ ਅਕਾਲ ਉਸਤਤ ਦੀ। ਉੱਥੇ ਫਿਰ ਕਥਨ ਕਰਦਿਆਂ ਕਰਦਿਆਂ ਆਨੰਦ ਵਿੱਚ ਆ ਕੇ ਭਾਈ ਮਣੀ ਸਿੰਘ ਜੀ ਲਿਖਦੇ ਜਾਂਦੇ ਆ ਬਾਣੀ, ਹੋਰ ਲਿਖਾਰੀ ਲਿਖਦੇ ਆ। ਤੇ ਮਹਾਰਾਜ
ਆਨੰਦ ਵਿੱਚ ਮੌਜ ਦੇ ਵਿੱਚ ਬਾਣੀ ਉਚਾਰਨ ਕਰਦੇ, ਪ੍ਰਭੂ ਦੀ ਉਸਤਤੀ ਕਰਦੇ ਹੋਏ, ਅਕਾਲ ਦੀ ਉਸਤਤੀ ਕਰਦੇ ਕਰਦੇ ਫਿਰ ਅੱਗੇ ਜਾ ਕੇ ਕਹਿੰਦੇ ਹਨ, ਤੁਹੀਂ 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 16 ਵਾਰੀ ਲਿਖਿਆ ਅਕਾਲ ਉਸਤਤ ਦੇ ਵਿੱਚ। ਜਦੋਂ ਉਹਦਾ ਇਤਿਹਾਸ ਪੜ੍ਹੀਏ ਤੇ ਉੱਥੇ ਲਿਖਿਆ ਵੀ ਇਹ ਬੇਅੰਤ ਵਾਰੀ ਲਿਖਿਆ ਗਿਆ ਸੀ। ਕਈਆਂ ਗੁਰਮੁਖਾਂ ਨੇ ਐਸਾ ਵੀ ਲਿਖਿਆ ਵੀ 16,000 ਵਾਰੀ ਲਿਖਿਆ ਗਿਆ ਸੀ। ਮਹਾਰਾਜ ਨੇ ਉਚਾਰਿਆ, ਆਨੰਦ ਵਿੱਚ ਉਚਾਰੀ ਗਏ, ਤੁਹੀਂ 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 ਤੁਹੀਂ, ਵੀ ਸਭ ਪਾਸੇ ਪ੍ਰਭੂ ਤੂੰ ਹੀ ਤੂੰ ਆ। ਸਾਰੀ ਰਚਨਾ ਦੇ ਵਿੱਚ, ਜਲ ਵਿੱਚ ਵੀ ਤੂੰ ਆ, ਥਲ ਵਿੱਚ ਵੀ ਤੂੰ ਆ, ਦਰਖਤਾਂ ਵਿੱਚ ਵੀ ਤੂੰ ਆ, ਦਰਖਤਾਂ ਦੇ ਪੱਤਿਆਂ ਵਿੱਚ ਵੀ ਤੇਰੀ ਜੋਤ ਆ। ਫਿਰ ਜਦੋਂ ਮਹਾਰਾਜ ਸਾਹਿਬ ਜੀ ਨੇ ਪੁੱਛਿਆ ਲਿਖਾਰੀ ਨੂੰ ਵੀ ਕਿੰਨੇ ਵਾਰੀ, ਉਹਨੇ ਆਖਿਆ ਜੀ ਬੇਅੰਤ ਵਾਰੀ ਲਿਖਿਆ ਗਿਆ। ਤਾਂ ਮਹਾਰਾਜ ਕਹਿਣ ਲੱਗੇ ਬਾਕੀ ਸਾਰਾ ਕੱਟ ਦਿਓ ਤੇ 16 ਵਾਰੀ ਰਹਿਣ ਦਿਓ। ਹੁਣ ਜਦੋਂ ਆਪਾਂ ਅਕਾਲ ਉਸਤਤ ਬਾਣੀ ਪੜ੍ਹਦੇ ਉਹਦੇ ਵਿੱਚ 16 ਵਾਰੀ ਲਿਖਿਆ ਹੋਇਆ ਤੁਹੀਂ ਤੁਹੀਂ। ਸਤਿਗੁਰੂ ਕਹਿੰਦੇ ਜਿਹੜਾ ਇਸ ਬਾਣੀ ਦਾ ਪਾਠ ਕਰੇਗਾ ਭਾਵਨਾ ਨਾਲ ਤੇ ਜਦੋਂ 16 ਵਾਰੀ ਤੁਹੀਂ ਤੁਹੀਂ ਕਹੇਗਾ ਨਾ, ਉਹਨੂੰ 16,000 ਵਾਰੀ ਆਖਣ ਦਾ ਹੀ ਫਲ ਮਿਲ ਜਾਇਆ ਕਰੇ। ਉਹਨੂੰ ਬੇਅੰਤ ਵਾਰੀ ਤੁਹੀਂ ਤੁਹੀਂ ਕਹਿਣ ਦਾ ਜਿਹੜਾ ਵਾ ਉਹ ਮਹੱਤਵ ਮਿਲ ਜਾਇਆ ਕਰੇਗਾ। ਇਸੇ ਤਰ੍ਹਾਂ ਸਤਿਗੁਰੂ ਜੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਵੀ ਫਰਮਾਇਆ ਕਿ ਉਹ ਕਰਤਾ ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਆ, ਉਹ ਨਾਲ ਪੁਰਖ ਵੀ ਹੈ, ਵੀ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਵੀ ਹੈ। ਮਹਾਰਾਜ ਕਿੱਥੇ ਕਿੱਥੇ ਵਿਆਪਕ ਹੈ? ਤਾਂ ਸਤਿਗੁਰੂ ਕਹਿੰਦੇ ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਸਤਿਗੁਰੂ ਕਹਿੰਦੇ ਜਲ ਵਿੱਚ ਵੀ ਵਸਿਆ ਹੋਇਆ, ਥਲ ਖੁਸ਼ਕ ਥਾਂ ਵਿੱਚ ਵੀ ਵਿਆਪਕ ਹੈ, ਮਹੀ ਨਾਮ ਹੈ ਧਰਤੀ ਦਾ, ਧਰਤੀ ਵਿੱਚ ਵੀ ਹੈ, ਅਲ ਨਾਮ ਹੈ ਆਕਾਸ਼ ਦਾ, ਆਕਾਸ਼ ਵਿੱਚ ਵੀ ਵਿਆਪਕ ਹੈ, ਪੂਰਿਆ ਹੋਇਆ, ਪੂਰਾ ਇੱਕੋ ਜਿਹਾ ਸਾਰੇ ਪਾਸੇ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਤਲ ਕਹਿ ਦਿੱਤਾ ਉਹ ਮਾਲਕ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਹੈ। ਜਿੱਥੇ ਉਹਨੇ ਪੈਦਾ ਕੀਤਾ, ਸਾਰੀ ਸ੍ਰਿਸ਼ਟੀ ਨੂੰ ਸਿਰਜਿਆ, ਸਾਰੀ ਸ੍ਰਿਸ਼ਟੀ ਨੂੰ, ਉੱਥੇ ਸਾਰੀ ਸ੍ਰਿਸ਼ਟੀ ਦੇ ਜਰੇ ਜਰੇ ਵਿੱਚ ਉਹ ਵਿਆਪਕ ਬੈਠਾ ਹੋਇਆ ਆਪ। ਕਣ ਕਣ ਦੇ ਵਿੱਚ ਵਿਆਪਕ ਹੈ, ਜਰੇ ਜਰੇ ਵਿੱਚ ਵਿਆਪਕ ਹੈ। ਮਾਰੇ ਕਹਿੰਦੇ ਅਣਕ ਭਾਂਤ ਹੋਏ, ਉਹ ਇੱਕ ਤਰ੍ਹਾਂ ਨਾਲ ਨਹੀਂ, ਅਣਕ ਭਾਂਤ ਹੋਏ ਫੈਲਿਆ ਹੋਇਆ ਸਾਰੀ ਸ੍ਰਿਸ਼ਟੀ ਵਿੱਚ। ਅਣਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਪਾਣੀ ਵਿੱਚ ਵਸਿਆ ਪਾਣੀ ਰੂਪ ਹੋ ਕਰਕੇ, ਹਵਾ ਵਿੱਚ ਵਸਿਆ ਹਵਾ ਰੂਪ ਹੋ ਕੇ, ਅਗਨੀ ਵਿੱਚ ਅਗਨੀ ਰੂਪ ਹੋ ਕਰਕੇ। ਇਸੇ ਕਰਕੇ ਭਗਤਾਂ ਨੇ ਕਹਿ ਦਿੱਤਾ, ਉਹਨਾਂ ਦਾ ਨਿਸ਼ਚਾ ਐਸਾ ਵੀ ਪਰਮੇਸ਼ਰ ਸਾਰੇ ਪਾਸੇ ਵਿਆਪਕ ਆ। ਭਗਤ ਪ੍ਰਹਿਲਾਦ ਨੂੰ ਜਦੋਂ ਹਰਨਾਕਸ਼ ਪਿਤਾ ਪ੍ਰਹਿਲਾਦ ਦਾ ਜਦੋਂ ਅੱਗ 'ਚ ਸਾੜਨ ਲੱਗਾ, ਪਾਣੀ 'ਚ ਡੋਬਣ ਲੱਗਾ, ਤੇ ਪ੍ਰਹਿਲਾਦ ਕਹਿੰਦਾ ਹੈ ਵੀ ਜੇ ਪਰਮੇਸ਼ਰ ਦਾ ਹੁਕਮ ਨਾ ਹੋਇਆ ਤੇ ਅੱਗ ਸਾੜ ਨਹੀਂ ਸਕਦੀ, ਕਿਉਂਕਿ ਅੱਗ ਵਿੱਚ ਵੀ ਤੇ ਉਹ ਆਪ ਬੈਠਾ ਹੋਇਆ। ਜੇ ਪ੍ਰਭੂ ਦਾ ਹੁਕਮ ਨਾ ਹੋਇਆ ਤੇ ਪਾਣੀ ਡੋਬ ਨਹੀਂ ਸਕਦਾ, ਕਿਉਂਕਿ ਪਾਣੀ ਵੀ ਉਹਦੇ ਹੁਕਮ ਵਿੱਚ, ਉਹਨੇ ਹੀ ਪੈਦਾ ਕੀਤਾ ਤੇ ਪਾਣੀ ਵਿੱਚ ਵੀ ਉਹ ਵਿਆਪਕ ਵਾ। ਜਦੋਂ ਸਾਰੇ ਥਾਵਾਂ ਤੇ ਵਿਆਪਕ ਆ ਤੇ ਪਾਣੀ ਉਹਦੇ ਤੋਂ ਬਿਨਾਂ ਤੇ ਨਹੀਂ ਹੈ। ਪਾਣੀ ਵਿੱਚ ਵੀ ਉਹ ਵਿਆਪਕ ਆ, ਜੇ ਉਹਦਾ ਹੁਕਮ ਨਾ ਹੋਇਆ, ਉਹਦੇ ਹੁਕਮ ਤੋਂ ਬਿਨਾਂ ਪਾਣੀ ਡੋਬ ਨਹੀਂ ਸਕਦਾ। ਮੈਂ ਭਗਤ ਕਬੀਰ ਸਾਹਿਬ ਜੀ ਨੇ ਵੀ ਇਹੀ ਬਚਨ ਕਹੇ। ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਕੁਝ ਹੰਕਾਰੀ ਲੋਕਾਂ ਨੇ, ਨਿੰਦਕ ਲੋਕਾਂ ਨੇ ਬਾਦਸ਼ਾਹ ਦੇ ਕੋਲੇ ਝੂਠੀਆਂ ਸ਼ਿਕਾਇਤਾਂ ਲਾ ਕਰਕੇ ਗ੍ਰਿਫਤਾਰ ਕਰਵਾ ਦਿੱਤਾ, ਤੇ ਬਾਦਸ਼ਾਹ ਨੇ ਸਿਪਾਹੀਆਂ ਨੂੰ ਕਹਿ ਦਿੱਤਾ ਕਿ ਕਬੀਰ ਨੂੰ ਬੰਨ੍ਹ ਕੇ ਨਾ ਸੰਗਲਾਂ ਦੇ ਨਾਲ ਤੇ ਗੰਗਾ ਦੇ ਵਿੱਚ ਸੁੱਟ ਦਿਓ। ਤੇ ਭਗਤ ਕਬੀਰ ਸਾਹਿਬ ਜੀ ਨੂੰ ਜੰਜੀਰਾਂ ਨਾਲ ਬੰਨ੍ਹ ਕਰਕੇ ਗੰਗਾ ਦੇ ਵਿੱਚ ਸੁੱਟਿਆ ਗਿਆ। ਤੇ ਭਗਤ ਕਬੀਰ ਸਾਹਿਬ ਕਹਿੰਦੇ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਆ, ਅੱਗ ਵੀ ਤੇ ਪਾਣੀ ਵੀ। ਭਗਤ ਜੀ ਦਾ ਬਚਨ ਆਉਂਦਾ, ਆਪੇ ਪਾਵਕ ਆਪੇ ਪਵਨਾ, ਜਾ ਰਹਿ ਖਸਮਤਾ ਰਾਖੈ ਕਵਨਾ।
ਜੇ ਉਹ ਮਾਲਕ ਸਾੜਨਾ ਚਾਹੁੰਦਾ ਤੇ ਕੋਈ ਰੱਖ ਨਹੀਂ ਸਕਦਾ, ਤੇ ਜੇ ਉਹ ਬਚਾਉਣਾ ਚਾਹੁੰਦਾ ਤੇ ਕਿਸੇ ਦੀ ਜ਼ਰੂਰਤ ਨਹੀਂ ਵੀ ਕੋਈ ਸਾੜ ਸਕੇ ਮੈਨੂੰ, ਕੋਈ ਸਾੜ ਨਹੀਂ ਸਕਦਾ। ਕਿਉਂਕਿ ਅੱਗ ਉਹਦੇ ਹੁਕਮ ਦੇ ਵਿੱਚ ਆ, ਪਾਣੀ ਉਹਦੇ ਹੁਕਮ ਦੇ ਵਿੱਚ ਆ। ਉਹਦੇ ਹੁਕਮ ਤੋਂ ਬਿਨਾਂ ਅੱਗ ਸਾੜ ਨਹੀਂ ਸਕਦੀ ਤੇ ਪਾਣੀ ਡੋਬ ਨਹੀਂ ਸਕਦਾ। ਭਗਤ ਜੀ ਦਾ ਇਹ ਨਿਸ਼ਚਾ, ਭਗਤ ਜੀ ਨੇ ਪਰਮੇਸ਼ਰ ਨੂੰ ਸਰਬ ਵਿਆਪਕ ਵੇਖਿਆ, ਤੱਕਿਆ ਸਭ ਪਾਸੇ, ਤੇ ਉਹ ਸੁੱਟ ਕੇ ਹਲੇ ਪਛਾਈ ਆਉਂਦੇ ਆ। ਤੇ ਭਗਤ ਕਬੀਰ ਸਾਹਿਬ ਜੀ ਗੰਗਾ ਦੇ ਉੱਤੇ ਇਸ ਤਰ੍ਹਾਂ ਬੈਠੇ ਆ ਜਿਵੇਂ ਧਰਤੀ ਤੇ ਬੈਠੇ ਹੁੰਦੇ। ਭਗਤ ਜੀ ਨੇ ਫਿਰ ਬਚਨ ਉਚਾਰਨ ਕੀਤਾ, ਕਹਿੰਦੇ ਗੰਗਾ ਦੀਆਂ ਲਹਿਰਾਂ ਜਿਹੜੀਆਂ ਉਹ ਤਾਂ ਡੋਬਦੀਆਂ ਨਾ, ਕਹਿੰਦੇ ਵੀ ਉਹਨਾਂ ਲਹਿਰਾਂ ਨੇ ਮੇਰੀਆਂ ਜੰਜੀਰਾਂ ਤੋੜ ਦਿੱਤੀਆਂ। ਜਿਹੜੇ ਸੰਗਲ ਸੀ ਉਹ ਲਹਿਰਾਂ ਨੇ ਤੋੜ ਦਿੱਤੇ, ਅਸਲ ਵਿੱਚ ਉਹ ਪਰਮੇਸ਼ਰ ਨਹੀਂ ਤੋੜ ਦਿੱਤੇ, ਲਹਿਰਾਂ ਦੇ ਨਾਲ ਹੀ ਤੋੜ ਦਿੱਤੇ। ਤੇ ਲਹਿਰਾਂ ਉੱਤੇ ਕਬੀਰ ਸਾਹਿਬ ਇਸ ਤਰ੍ਹਾਂ ਬੈਠੇ, ਕਹਿੰਦੇ ਜਿਵੇਂ ਮਿਰਗਸ਼ਾਲਾ ਉੱਤੇ ਬੈਠਾ ਹੁੰਦਾ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਭਗਤ ਕਬੀਰ ਸਾਹਿਬ, ਇਹ ਪ੍ਰਭੂ ਦੇ ਪਿਆਰਿਆਂ ਨੇ ਅੰਦਰ ਇਹ ਨਿਸ਼ਚਾ ਆਇਆ, ਉਹਨਾਂ ਨੇ ਵੇਖਿਆ ਵੀ ਪਰਮੇਸ਼ਰ ਸਰਬ ਵਿਆਪਕ ਹੈ ਤਾਂ ਉਹ ਵਿਆਪਕ ਹੀ, ਪਰ ਵੇਖਿਆ ਭਗਤੀ ਕਰਨ ਵਾਲਿਆਂ ਨੇ, ਬੰਦਗੀ ਕਰਨ ਵਾਲਿਆਂ ਨੇ ਉਹਨੂੰ ਵੇਖਿਆ। ਐਸਾ ਜੋ ਪਰਮੇਸ਼ਰ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਕਰਤਾ ਹੋਣ ਦੇ ਨਾਲ ਨਾਲ ਉਹ ਪੁਰਖ ਹੈ, ਸਾਰੇ ਵਿਆਪਕ ਹੈ। ਕਰਤੇ ਕਈ ਮੰਨੇ ਜਾਂਦੇ ਹੋ ਜੇ ਸੰਸਾਰ ਦੇ ਵਿੱਚ। ਕਰਤਾ ਉਹਨੂੰ ਕਿਹਾ ਜਾਂਦਾ ਜਿਹੜਾ ਕਿਸੇ ਚੀਜ਼ ਨੂੰ ਬਣਾਉਣ ਵਾਲਾ ਹੁੰਦਾ। ਪਰਮੇਸ਼ਰ ਨੂੰ ਕਰਤਾ ਤਾਂ ਕਿਹਾ ਜਾਂਦਾ ਕਿਉਂਕਿ ਉਹਨੇ ਸਭ ਕੁਝ ਨੂੰ ਬਣਾਇਆ। ਤਾਂ ਹੀ ਮਹਾਰਾਜ ਨੇ ਮੂਲ ਮੰਤਰ ਚ ਆਖਿਆ ਨਾ ਵੀ ਉਹ ਕਰਤਾ ਪੁਰਖ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਤੇ ਫਿਰ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਵਾ, ਸਾਰੀ ਸ੍ਰਿਸ਼ਟੀ 'ਚ ਬੈਠਾ ਹੋਇਆ। ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੈ ਕਾ ਵਿੱਚ ਵਾਸ। ਉਂਝ ਕਰਤਾ ਸੰਸਾਰ ਵਿੱਚ ਕਰਤੇ ਕਈ ਹਨ। ਜਿਹੜਾ ਵੀ ਕਿਸੇ ਚੀਜ਼ ਨੂੰ ਬਣਾਉਂਦਾ ਨਾ, ਉੱਥੇ ਉਹ ਆਪਣੇ ਆਪ ਨੂੰ ਕਰਤਾ ਮੰਨਦਾ ਵੀ ਮੈਂ ਆਹ ਚੀਜ਼ ਬਣਾਈ ਹੈ, ਇਹਦਾ ਮੈਂ ਕਰਤਾ ਹਾਂ। ਜਿਵੇਂ ਕੋਈ ਭਾਂਡੇ ਬਣਾਉਣ ਵਾਲਾ, ਉਹ ਭਾਂਡਿਆਂ ਦਾ ਕਰਤਾ ਆਪਣੇ ਆਪ ਨੂੰ ਕਹਾਉਂਦਾ। ਜਿਵੇਂ ਘੁਮਿਆਰ ਆ, ਘੁਮਿਆਰ ਮਿੱਟੀ ਦੇ ਭਾਂਡੇ ਬਣਾਉਂਦਾ, ਤੇ ਉਹ ਮਿੱਟੀ ਦੇ ਭਾਂਡਿਆਂ ਦਾ ਆਪਣੇ ਆਪ ਨੂੰ ਕਰਤਾ ਮੰਨਦਾ ਵੀ ਆਹ ਘੜੇ, ਚਾਟੀਆਂ, ਕੁੱਜੇ, ਕਾੜ੍ਹਨੀਆਂ ਤੇ ਹੋਰ ਜਿਹੜੇ ਹਨ ਮਿੱਟੀ ਦੇ ਭਾਂਡੇ ਆ, ਇਹਨਾਂ ਨੂੰ ਮੈਂ ਬਣਾਇਆ, ਇਹਨਾਂ ਦਾ ਮੈਂ ਕਰਤਾ ਹਾਂ। ਇਸੇ ਤਰ੍ਹਾਂ ਲੋਹੇ ਦੇ ਭਾਂਡੇ, ਲੋਹੇ ਦੀਆਂ ਵਸਤੂਆਂ, ਲੋਹੇ ਦੇ ਔਜ਼ਾਰ ਬਣਾਉਣ ਵਾਲਾ ਲੁਹਾਰ ਹੁੰਦਾ, ਉਹ ਆਪਣੇ ਆਪ ਨੂੰ ਲੋਹੇ ਦੀਆਂ ਵਸਤੂਆਂ ਬਣਾਉਣ ਦਾ ਕਰਤਾ ਮੰਨਦਾ ਹੈ। ਇਸੇ ਤਰ੍ਹਾਂ ਜਿਹੜਾ ਸੁਨਿਆਰਾ ਹੈ, ਉਹ ਸੋਨੇ ਦੇ, ਚਾਂਦੀ ਦੇ ਗਹਿਣੇ ਬਣਾਉਂਦਾ ਹੈ। ਉਹਨਾਂ ਗਹਿਣਿਆਂ ਦਾ ਆਪਣੇ ਆਪ ਨੂੰ ਕਰਤਾ ਮੰਨਦਾ ਹੈ ਵੀ ਆ ਸੋਨੇ ਦੇ, ਆ ਮੈਂ ਕੜਾ, ਛਾਪ, ਛੱਲੇ, ਹੋਰ ਮੁੰਦਰੀਆਂ, ਆ ਜਿੰਨੇ ਵੀ ਸੋਨੇ ਦੇ ਗਹਿਣੇ ਉਹ ਕਹਿੰਦਾ ਮੈਂ ਬਣਾਏ, ਇਹਨਾਂ ਦੀ ਕਾਰੀਗਰੀ ਮੈਂ ਕੀਤੀ ਆ, ਇਹਨਾਂ ਦਾ ਮੈਂ ਬਣਾਉਣ ਵਾਲਾ ਹਾਂ। ਇਸੇ ਤਰ੍ਹਾਂ ਦਰਜੀ ਹੈ, ਉਹ ਕੱਪੜੇ ਸੀਣ ਦਾ ਕੰਮ ਕਰਦਾ ਹੈ, ਤੇ ਉਹ ਆਪਣੇ ਆਪ ਨੂੰ ਉਹ ਕੱਪੜੇ ਦਾ ਫਿਰ ਉਹ ਸੀਂਦਾ ਹੈ ਨਾ, ਤੇ ਉਹ ਕਹਿੰਦਾ ਮੈਂ ਇਹਨੂੰ ਬਣਾਉਣ ਵਾਲਾ, ਮੈਂ ਇਹਦਾ ਕਰਤਾ ਹਾਂ। ਵੀ ਆਹ ਕੁੜਤਾ ਮੈਂ ਬਣਾਇਆ, ਇਹ ਚੋਲਾ ਮੈਂ ਬਣਾਇਆ, ਇਹ ਬਸਤਰ ਮੈਂ ਸੀਤਾ, ਇਹਦਾ ਮੈਂ ਕਰਤਾ। ਪਰ ਇਹ ਕਰਤੇ ਜਿੰਨੇ ਵੀ ਆ ਸੰਸਾਰ ਵਿੱਚ ਇਸ ਤਰ੍ਹਾਂ ਦੇ, ਜਿੰਨੇ ਵੀ, ਇਹ ਤਾਂ 2-4 ਗਿਣੇ ਆਪਾਂ, ਸੰਸਾਰ ਵਿੱਚ ਇਸ ਤਰ੍ਹਾਂ ਦੇ ਹਜ਼ਾਰਾਂ ਮਿਲ ਜਾਣਗੇ ਕਰਤੇ ਜੋ ਵਸਤੂਆਂ ਨੂੰ ਬਣਾਉਣ ਵਾਲੇ। ਪਰ ਉਹ ਕਰਤੇ ਕਿਤੇ ਬੈਠੇ ਆ ਤੇ ਉਹਨਾਂ ਦੀ ਬਣਾਈ ਹੋਈ ਚੀਜ਼ ਕਿਤੇ ਪਈ ਆ। ਵੇਖੋ ਵੀ ਦਰਜੀ ਆਪਣੀ ਦੁਕਾਨ ਵਿੱਚ ਬੈਠਾ ਹੈ, ਤੇ ਦਰਜੀ ਦਾ ਸੀਤਾ ਹੋਇਆ ਜਿਹੜਾ ਬਸਤਰ ਹੈ ਉਹ ਬਾਕੀ ਕਿਸੇ ਨੇ ਆਪਣੇ ਗਲ ਵਿੱਚ ਪਾਇਆ ਹੋਇਆ, ਉਹ ਕਿਤੇ ਫਿਰਦਾ ਹੈ, ਉਹ ਕਿਤੇ। ਘੁਮਿਆਰ ਆਪਣੇ ਦੁਕਾਨ ਵਿੱਚ ਬੈਠਾ ਹੋਇਆ, ਉਹਦੇ ਘੜੇ, ਉਹਦੀਆਂ ਚਾਟੀਆਂ, ਉਹਦੀਆਂ ਕਾੜ੍ਹਨੀਆਂ ਬਾਕੀ ਲੋਕਾਂ ਦੇ ਘਰਾਂ ਵਿੱਚ। ਉਹ ਆਪਣੀ ਬਣਾਈ ਹੋਈ ਚੀਜ਼ ਦੇ ਵਿੱਚ ਤਾਂ ਨਹੀਂ ਨਾ ਬੈਠਾ ਹੋਇਆ। ਲੁਹਾਰ ਵਾ, ਉਹਨੇ ਲੋਹੇ ਦੇ ਔਜ਼ਾਰ ਬਣਾਏ, ਲੋਹੇ ਦੀਆਂ ਚੀਜ਼ਾਂ ਬਣਾਈਆਂ, ਲੋਹੇ ਦੇ ਭਾਂਡੇ ਬਣਾਏ, ਉਹ ਕੋਈ ਵਰਤਦਾ ਪਿਆ ਵਾ, ਤੇ ਲੁਹਾਰ ਆਪਣੀ ਦੁਕਾਨ ਤੇ। ਸੁਨਿਆਰਾ ਆਪਣੀ ਦੁਕਾਨ ਤੇ ਆ, ਉਹਦੇ ਗਹਿਣੇ ਕਿਸੇ ਨੇ ਪਾਏ ਹੋਏ, ਆਪਣੇ ਗਹਿਣਿਆਂ ਵਿੱਚ ਤਾਂ ਨਹੀਂ ਬੈਠਾ ਹੋਇਆ। ਪਰ ਪਰਮੇਸ਼ਰ ਐਸਾ ਕਰਤਾ ਨਹੀਂ ਹੈ। ਇਹ ਕਰਤੇ ਆਪਣੀਆਂ ਦੁਕਾਨਾਂ ਤੇ ਬੈਠੇ ਹੋਏ, ਇਹਨਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਪਾਸੇ ਪਈਆਂ, ਕਿਤੇ ਕਿਸੇ ਦੇ ਘਰ ਵਿੱਚ ਕੋਈ ਵਰਤਦਾ ਪਿਆ ਹੈ। ਪਰ ਪਰਮੇਸ਼ਰ ਨੇ ਜਿੰਨੀ ਸ੍ਰਿਸ਼ਟੀ ਬਣਾਈ ਆ, ਪਰਮੇਸ਼ਰ ਆਪਣੀ ਸਾਰੀ ਸ੍ਰਿਸ਼ਟੀ ਦੇ ਕਣ-ਕਣ ਵਿੱਚ ਬੈਠਾ ਹੋਇਆ, ਆਪਣੀ ਬਣਾਈ ਹੋਈ ਰਚਨਾ ਦੇ ਜਰੇ-ਜਰੇ ਵਿੱਚ ਬੈਠਾ ਹੋਇਆ।
ਹਰੇਕ ਥਾਂ ਤੇ ਵਿਆਪਕ ਹੈ। ਫਿਰ ਇਹ ਕਰਤੇ ਕੈਸੇ ਆ? ਦਰਜੀ ਕੁੜਤੇ ਤਾਂ ਸੀ ਸਕਦਾ ਹੈ, ਬਸਤਰ ਤਾਂ ਸੀ ਸਕਦਾ, ਪਰ ਕੱਪੜਾ ਨਹੀਂ ਪੈਦਾ ਕਰ ਸਕਦਾ। ਘੁਮਿਆਰ ਭਾਂਡੇ ਤਾਂ ਬਣਾ ਸਕਦਾ, ਪਰ ਮਿੱਟੀ ਨਹੀਂ ਬਣਾ ਸਕਦਾ। ਮਿੱਟੀ ਤਾਂ ਪਰਮੇਸ਼ਰ ਨੇ ਬਣਾਈ ਹੈ ਨਾ, ਮਿੱਟੀ ਤੋਂ ਹੀ ਅੱਗੇ ਫਿਰ ਭਾਂਡੇ ਬਣਾ ਸਕਦਾ ਨਾ। ਲੋਹਾਰ ਲੋਹੇ ਦੀਆਂ ਚੀਜ਼ਾਂ ਬਣਾ ਸਕਦਾ, ਪਰ ਲੋਹਾ ਤੇ ਕਰਤੇ ਪੁਰਖ ਨੇ ਪੈਦਾ ਕੀਤਾ ਨਾ, ਵਾਹਿਗੁਰੂ ਨੇ ਪੈਦਾ ਕੀਤਾ। ਸੁਨਿਆਰਾ ਗਹਿਣੇ ਬਣਾ ਸਕਦਾ, ਪਰ ਸੋਨਾ ਤਾਂ ਨਹੀਂ ਪੈਦਾ ਕਰ ਸਕਦਾ। ਸੋਨੇ ਨੂੰ ਪੈਦਾ ਕਰਨ ਵਾਲਾ ਤੇ ਕਰਤਾ ਪੁਰਖ ਪਰਮੇਸ਼ਰ ਹੀ ਆ। ਚਾਂਦੀ ਨੂੰ, ਸੋਨੇ ਨੂੰ, ਜਿੰਨੀਆਂ ਵੀ ਧਾਤਾਂ ਵਾ, ਸਾਰੀਆਂ ਧਾਤਾਂ ਦਾ ਪੈਦਾ ਕਰਨ ਵਾਲਾ ਤੇ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਇਸੇ ਤਰ੍ਹਾਂ ਬਾਕੀ ਸਾਰੀਆਂ ਵਸਤੂਆਂ ਨੂੰ ਪੈਦਾ ਕਰਨ ਵਾਲਾ ਫਿਰ ਪਰਮੇਸ਼ਰ ਨੇ। ਸੁਨਿਆਰਾ, ਘੁਮਿਆਰ, ਲੋਹਾਰ, ਜਿੰਨੇ ਵੀ ਆ ਕਾਰੀਗਰ, ਉਹ ਸਾਰੇ ਉਹਨੇ ਹੀ ਪੈਦਾ ਕੀਤੇ। ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਹੈ ਤੇ ਸਾਰੇ ਥਾਵਾਂ ਤੇ ਵਿਆਪਕ ਹੈ। ਇਸ ਕਰਕੇ ਪ੍ਰਭੂ ਨੂੰ ਆਖਿਆ ਕਰਤਾ ਪੁਰਖ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਬੈਠਾ ਹੋਇਆ, ਵਿੱਚ ਵਿਆਪਕ, ਪਾਸੇ ਨਹੀਂ ਉਹਨੇ ਰਚਨਾ ਰਚ ਕੇ। ਐਸਾ ਜਿਹੜਾ ਕਰਤਾ ਵਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਸਾਡੇ ਸਰੀਰ ਦੇ ਅੰਦਰ ਵੀ ਵਿਆਪਕ ਆ, ਸਾਡੇ ਹਿਰਦੇ ਵਿੱਚ ਵੀ ਉਹਦੀ ਜੋਤ ਵਿਆਪਕ ਆ, ਤੇ ਉਹਦੀ ਪ੍ਰਾਪਤੀ ਕਰਨੀ ਹੈ। ਇਸ ਕਰਤੇ ਕਉ ਕਿਉ ਗਹਿ ਰਾਖੋ। ਐਸਾ ਜਿਹੜਾ ਕਰਤਾ, ਇਸ ਕਰਤੇ ਨੂੰ, ਸਾਰੀ ਸ੍ਰਿਸ਼ਟੀ ਦੇ ਰਚਨਹਾਰ ਨੂੰ, ਸਾਡੇ ਸਰੀਰ ਨੂੰ ਪੈਦਾ ਕਰਨ ਵਾਲੇ ਨੂੰ ਕਿਉਂ ਗਹਿ ਰਾਖੋ। ਉਹਨੂੰ ਕਿਵੇਂ ਫੜ ਕੇ ਰੱਖਿਆ ਜਾ ਸਕਦਾ? ਵੀ ਉਹ ਹੈ ਤਾਂ ਸਾਡੇ ਅੰਦਰ ਵਸਿਆ ਹੋਇਆ ਤੇ ਅਸੀਂ ਫੇਰ ਉਹਦੇ ਤੋਂ ਦੂਰ ਆ, ਉਹ ਸਾਡੇ ਤੋਂ ਦੂਰ ਹੋਇਆ ਪਿਆ। ਉਹਨੂੰ ਕਿਵੇਂ ਫੜ ਕੇ ਰੱਖਿਆ ਜਾ ਸਕਦਾ? ਭਾਵ ਉਸ ਪ੍ਰਭੂ ਨੂੰ ਕਿਵੇਂ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ? ਫੜਿਓ ਭੁੱਲਿਓ ਨਾ ਜਾਈ। ਫੜਿਓ ਨਾਮ ਹੁੰਦਾ ਹੈ ਫੜਨ ਦਾ। ਐੜਾ ਅਗੇਤਰ ਲਾਇਆ, ਐੜਾ ਪਹਿਲਾਂ ਲਾਇਆ ਮਹਾਰਾਜ ਨੇ, ਅਫਰਿਓ, ਭਾਵ ਵੀ ਉਹ ਫੜਿਆ ਨਹੀਂ ਜਾਂਦਾ। ਉਹ ਪਰਮੇਸ਼ਰ ਵਾਹਿਗੁਰੂ ਫੜਿਆ ਨਹੀਂ ਜਾਂਦਾ, ਉਸ ਨੂੰ ਅਸੀਂ ਫੜ ਨਹੀਂ ਸਕਦੇ। ਤੇ ਤੁਲਿਓ ਨਾ ਜਾਈਓ, ਤੋਲਿਆ ਵੀ ਨਹੀਂ ਜਾ ਸਕਦਾ। ਨਾ ਉਹ ਫੜਿਆ ਜਾਂਦਾ ਹੈ, ਅਸੀਂ ਇਹਨਾਂ ਹੱਥਾਂ ਨਾਲ ਉਹਨੂੰ ਫੜ ਨਹੀਂ ਸਕਦੇ, ਅਸੀਂ ਫੁਰਨਿਆਂ ਨਾਲ ਉਹਨੂੰ ਫੜ ਨਹੀਂ ਸਕਦੇ। ਸਾਡੇ ਮਨ ਦੀ ਪਹੁੰਚ ਤੋਂ ਵੀ ਉਹ ਪਰੇ ਹੈ, ਸਾਡਾ ਮਨ ਉਹਨੂੰ ਫੜ ਨਹੀਂ ਸਕਦਾ। ਸਾਡੀਆਂ ਇੰਦਰੀਆਂ ਦੀ ਪਹੁੰਚ ਤੋਂ ਵੀ ਪਰੇ ਹੈ, ਇਹ ਸਾਡੀਆਂ ਇੰਦਰੀਆਂ ਉਸ ਨੂੰ ਫੜ ਨਹੀਂ ਸਕਦੀਆਂ। ਅਫਰਿਓ, ਫੜਨ ਤੋਂ ਪਰੇ, ਫੜਨ ਤੋਂ ਰਹਿਤ ਹੈ। ਇੱਕ ਬਚਨ ਗੁਰਬਾਣੀ ਵਿੱਚ ਹੋਰ ਵੀ ਵਾਰ-ਵਾਰ ਆਉਂਦੇ ਆ, ਇੱਕ ਅਗਮ ਤੇ ਇੱਕ ਅਗੋਚਰ। ਅਗਮ ਦਾ ਅਰਥ ਵੀ ਮਹਾਂਪੁਰਖਾਂ ਨੇ ਇਹੀ ਕੀਤਾ ਵੀ ਸਾਡੀ ਮਨ ਦੀ ਪਹੁੰਚ ਤੋਂ ਪਰੇ, ਸਾਡੀ ਮਨ ਦੀ ਪਹੁੰਚ ਤੋਂ ਪਰੇ ਆ ਉਹ ਪਰਮੇਸ਼ਰ। ਤੇ ਅਗੋਚਰ, ਗੋ ਨਾਮ ਇੰਦਰੀਆਂ ਦਾ, ਚਰ ਨਾਮ ਚਰਨ ਦਾ, ਫੜਨ ਦਾ। ਐੜਾ ਜਿਹੜਾ ਪਹਿਲਾਂ ਲਾਇਆ ਉਹਦੇ ਤੋਂ ਭਾਵ ਰਹਿਤ। ਅਗੋਚਰ, ਸਾਡੀਆਂ ਇੰਦਰੀਆਂ ਦੇ ਵੀ ਉਹ ਗੋਚਰ ਨਹੀਂ, ਇੰਦਰੀਆਂ ਦੀ ਪਹੁੰਚ ਤੋਂ ਵੀ ਪਰੇ ਹੈ। ਇੱਕ ਸੁਭਾਵਿਕ ਬਚਨ ਅਸੀਂ ਵਰਤਦੇ ਹਾਂ ਵੀ ਆਹ ਕੰਮ ਮੇਰੇ ਗੋਚਰਾ ਨਹੀਂ, ਆਹ ਕੰਮ ਤੇਰੇ ਗੋਚਰਾ ਨਹੀਂ, ਤੂੰ ਨਹੀਂ ਇਹਨੂੰ ਕਰ ਸਕਦਾ। ਅਗੋਚਰ ਤੋਂ ਭਾਵ ਹੈ ਜਿਹੜਾ ਸਾਡੀਆਂ ਇੰਦਰੀਆਂ ਤੋਂ, ਕਰਮ ਇੰਦਰੀਆਂ ਤੋਂ, ਗਿਆਨ ਇੰਦਰੀਆਂ ਤੋਂ ਪਰੇ ਹੈ। ਸਾਡੀਆਂ ਇੰਦਰੀਆਂ ਵੀ ਉਸ ਨੂੰ ਫੜ ਨਹੀਂ ਸਕਦੀਆਂ। ਉਹ ਪ੍ਰਭੂ ਦਾ ਸਰੂਪ ਮਹਾਰਾਜ ਸਾਹਿਬ ਕਹਿੰਦੇ ਐਸਾ ਅਫਰਿਓ, ਫੜਨ ਤੋਂ ਰਹਿਤ ਹੈ। ਕਿ ਉਸ ਨੂੰ ਕੋਈ ਆਪਣੇ ਹੱਥ ਦੇ ਨਾਲ, ਆਪਣੇ ਜ਼ੋਰ ਦੇ ਨਾਲ, ਆਪਣੀ ਤਾਕਤ ਦੇ ਨਾਲ ਕੋਈ ਫੜਨਾ ਚਾਹਵੇ, ਫੜ ਨਹੀਂ ਸਕਦਾ। ਕਈ ਤਰ੍ਹਾਂ ਦੀ ਤਾਕਤ ਹੈ ਨਾ ਸੰਸਾਰ ਦੇ ਵਿੱਚ। ਇੱਕ ਬੁੱਧੀ ਦੀ ਸਿਆਣਪ ਵੀ ਤਾਕਤ ਮੰਨੀ ਗਈ ਹੈ। ਇੱਕ ਬੋਲਾਂ ਦੀ, ਵਾਕਾਂ ਦੀ ਚਤੁਰਾਈ ਵੀ ਤਾਕਤ ਮੰਨੀ ਗਈ ਹੈ ਸੰਸਾਰ ਦੇ ਵਿੱਚ। ਕਿਸੇ ਨੂੰ ਬਹੁਤਾ ਬੋਲਣਾ ਆਉਂਦਾ ਹੈ, ਬੜੀ ਚਲਾਕ ਚੁਸਤ, ਬਹੁਤੀਆਂ ਚਲਾਕੀ ਦੀਆਂ, ਸਿਆਣਪਾਂ ਦੀਆਂ ਗੱਲਾਂ ਕਰਦਾ, ਪਰ ਇਹ ਬਹੁਤੇ ਬੋਲਾਂ ਦੇ ਨਾਲ ਵੀ ਉਹ ਕਾਬੂ ਨਹੀਂ ਆਉਂਦਾ, ਫੜਿਆ ਨਹੀਂ ਜਾਂਦਾ। ਬੁੱਧੀ ਦੀ ਸਿਆਣਪ ਨਾਲ ਵੀ ਨਹੀਂ ਉਸ ਨੂੰ ਫੜ ਕੋਈ ਸਕਦਾ। ਫਿਰ ਇੱਕ ਇਸੇ ਤਰ੍ਹਾਂ ਇੱਕ ਸਰੀਰਕ ਤਾਕਤ ਵੀ ਮੰਨੀ ਹੈ, ਜਿਹੜੀ ਪਹਿਲਵਾਨਾਂ ਦੇ ਕੋਲੇ ਹੁੰਦੀ ਹੈ, ਜਿਨ੍ਹਾਂ ਨੇ ਆਪਣੇ ਸਰੀਰ ਨੂੰ ਖੁਰਾਕਾਂ ਖਾ ਕੇ, ਕਸਰਤ ਕਰਕੇ, ਵਰਜਿਸ਼ ਕਰਕੇ ਸਰੀਰ ਨੂੰ ਸਾਂਭਿਆ ਹੁੰਦਾ ਹੈ, ਔਗਣਾ ਪਾਪਾਂ ਵੱਲੋਂ ਬਚ ਕਰਕੇ ਤੇ ਸਰੀਰ ਦੀ ਸਾਂਭ ਸੰਭਾਲ ਕੀਤੀ ਹੈ।
ਤੇ ਉਹਨਾਂ ਕੋਲੇ ਸਰੀਰਕ ਤਾਕਤ ਹੁੰਦੀ। ਹੁਣ ਸਰੀਰਕ ਤਾਕਤਾਂ ਨਾਲ ਵੀ ਉਹਨੂੰ ਕੋਈ ਫੜ ਨਹੀਂ ਸਕਦਾ। ਉਹਦੇ ਅੱਗੇ ਤੇ ਸਾਰੀਆਂ ਤਾਕਤਾਂ ਜਿਹੜੀਆਂ ਉਹ ਢੇਰੀ ਕਰਨੀਆਂ ਪੈਂਦੀਆਂ, ਛੱਡਣੀਆਂ ਪੈਂਦੀਆਂ। ਸਿਆਣਪ ਵੀ ਛੱਡਣੀ ਪੈਂਦੀ ਹੈ, ਮੂੰਹ ਦੀਆਂ ਬੋਲਾਂ ਦੀਆਂ ਚਤਰਾਈਆਂ ਵੀ ਛੱਡਣੀਆਂ ਪੈਂਦੀਆਂ, ਬੁੱਧੀ ਦੀਆਂ ਸਿਆਣਪਾਂ ਵੀ ਛੱਡਣੀਆਂ ਪੈਂਦੀਆਂ, ਸਰੀਰ ਦੀ ਤਾਕਤ ਵੀ ਛੱਡਣੀ ਪੈਂਦੀ ਹੈ, ਸਭ ਕੁਝ ਮਨ ਦੇ ਫੁਰਨੇ ਵੀ ਛੱਡਣੇ ਪੈਂਦੇ ਆ, ਫਿਰ ਤਾਂ ਕਿਤੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਇਹਨਾਂ ਆਪਣੀਆਂ ਸਿਆਣਪਾਂ ਨਾਲ ਨਹੀਂ। ਜਪਜੀ ਸਾਹਿਬ ਜੀ ਆਖਿਆ ਨਾ ਮਹਾਰਾਜ ਨੇ ਆਰੰਭ ਚ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਿਆਣਪਾਂ ਸੰਸਾਰ ਵਿੱਚ ਤਾਂ ਸ਼ਾਇਦ ਕੰਮ ਦੇ ਦੇਣਗੀਆਂ, ਪਦਾਰਥ ਪ੍ਰਾਪਤੀ ਵਾਸਤੇ ਤਾਂ ਕੰਮ ਦੇ ਸਕਦੀਆਂ, ਪਰ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਸਿਆਣਪਾਂ ਹਾਂ ਕਿਤੇ ਕਿਤੇ ਸਿਆਣਪ ਚਾਹੀਦੀ ਹੈ, ਥੋੜੀ ਬਹੁਤੀ ਚੱਲਣ ਵਾਸਤੇ, ਤੁਰਨ ਵਾਸਤੇ। ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ ਦਾਨ। ਅਕਲ ਚਾਹੀਦੀ ਹੈ ਸਿਆਣਪ, ਪਰ ਬਹੁਤੀ ਸਿਆਣਪ ਵੀ ਕੰਮ ਨਹੀਂ ਦਿੰਦੀ। ਮਾਰੇ ਕਹਿੰਦੇ ਸਿਆਣਪ ਛੱਡਣੀ ਵੀ ਪੈਂਦੀ ਹੈ। ਤਜਹੁ ਸਿਆਣਪ ਸੁਰਜਨ ਹੋ ਸਿਮਰਹੁ ਹਰਿ ਹਰਿ ਰਾਏ, ਏਕ ਆਸ ਹਰਿ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਤਾਂ ਇਹ ਸਾਰੀਆਂ ਸਿਆਣਪਾਂ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਬਾਣੀ ਅੰਦਰ, ਨਾ ਤੂੰ ਆਵਹਿ ਵਸ ਕਿਤੇ ਸਿਆਣਪ ਹੈ। ਕਿਸੇ ਸਿਆਣਪ ਨਾਲ ਵੀ ਉਹ ਵਸ ਨਹੀਂ ਆਉਂਦਾ। ਕਈਆਂ ਸਿਆਣਪਾਂ ਦਾ ਉੱਥੇ ਜ਼ਿਕਰ ਕੀਤਾ ਗਰੀਬ ਨਵਾਜ ਨੇ। ਸਾਰੀਆਂ ਸਿਆਣਪਾਂ ਛੱਡ ਕਰਕੇ ਫਿਰ ਉਹ ਫੜਿਆ ਨਹੀਂ ਜਾਂਦਾ ਤੇ ਤੋਲਿਆ ਵੀ ਨਹੀਂ ਜਾਂਦਾ। ਸੰਸਾਰ ਦੇ ਵਿੱਚ ਕੁਝ ਵਸਤੂਆਂ ਤੋਲ ਕੇ ਅੰਦਾਜ਼ਾ ਲਾਇਆ ਜਾਂਦਾ ਵੀ ਇਹ ਕਿੰਨੀਆਂ ਕੁ ਭਾਰੀਆਂ। ਜਿਵੇਂ ਤੱਕੜੀ ਦੇ ਵਿੱਚ ਸੌਦਾ ਤੋਲਿਆ ਜਾਂਦਾ, ਇੱਕ ਪਾਸੇ ਵੱਟੇ ਰੱਖੇ ਜਾਂਦੇ, ਦੂਜੇ ਪਾਸੇ ਕੋਈ ਵਸਤੂ ਤੋਲਣੀ ਹੋਵੇ ਉਹਨੂੰ ਤੋਲਿਆ ਜਾਂਦਾ। ਸੌਦਾ ਵੀ ਤੋਲਿਆ ਜਾਂਦਾ ਹੈ, ਸਬਜ਼ੀਆਂ ਵੀ ਤੋਲੀਆਂ ਜਾਂਦੀਆਂ, ਹੋਰ ਕਈ ਕੁਝ ਤੋਲਿਆ ਜਾਂਦਾ, ਲੋਹਾ ਸੋਨਾ ਵੀ ਤੋਲਿਆ ਜਾਂਦਾ ਸੰਸਾਰ ਦੇ ਵਿੱਚ। ਸੁਨਿਆਰੇ ਭਾਵੇਂ ਉਹ ਮਾਸਾ, ਰੱਤੀ, ਛਟਾਂਕ, ਇਸ ਤਰੀਕੇ ਨਾਲ ਤੋਲਦੇ ਆ ਸੋਨੇ ਨੂੰ। ਲੋਹਾ ਜਿਹੜਾ ਟੰਨਾਂ ਦੇ ਤਰ੍ਹਾਂ ਤੋਲਿਆ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਕੋਈ ਤੋਲ ਵੀ ਨਹੀਂ ਸਕਦਾ, ਉਹ ਤੋਲਿਆ ਵੀ ਨਹੀਂ ਜਾਂਦਾ। ਜਿਹੜੀ ਸਾਡੀ ਬੁੱਧੀ ਆ ਇਹਨੇ ਇਹਨੂੰ ਵੀ ਤੱਕੜੀ ਆਖਿਆ, ਤੱਕੜੀ। ਕਿਉਂਕਿ ਇਨਸਾਨ ਦੀ ਬੁੱਧ, ਇਨਸਾਨ ਦੀ ਮੱਤ ਇਹ ਹਰ ਇੱਕ ਨੂੰ ਤੋਲਣ ਦਾ ਯਤਨ ਕਰਦੀ ਹੈ ਤੇ ਸਾਰੀ ਦਿਹਾੜੀ ਤੋਲਦੀ ਰਹਿੰਦੀ ਆ। ਅਸੀਂ ਅੱਖਾਂ ਨਾਲ ਵੇਖਦੇ ਆ, ਕੰਨਾਂ ਨਾਲ ਸੁਣਦੇ ਆ, ਰਸਨਾ ਤੋਂ ਬੋਲਦੇ ਆ, ਤੇ ਸਵੇਰ ਤੋਂ ਸ਼ਾਮ ਤੱਕ ਕਈਆਂ ਨੂੰ ਤੋਲ ਕੇ ਰੱਖਦੇ ਨੇ ਵੀ ਇਹ ਫਲਾਣਾ ਇਹੋ ਜਿਹਾ, ਦੂਜਾ ਇਹੋ ਜਿਹਾ, ਇਹਦੇ ਚ ਇੰਨੇ ਗੁਣ, ਇਹਦੇ ਚ ਇੰਨੇ ਔਗਣ, ਇਹ ਆਹ ਕੁਝ ਕਰਦਾ, ਉਹ ਆਹ ਕੁਝ ਕਰਦਾ। ਸਾਰੀ ਦਿਹਾੜੀ ਤੋਲੀ ਜਾਂਦਾ ਬੰਦਾ ਕੁਝ ਨਾ ਕੁਝ। ਤੇ ਬੁੱਧੀ ਜਿਹੜੀ ਆ ਇਹ ਹਰ ਇੱਕ ਨੂੰ ਤੋਲਣ ਦਾ ਯਤਨ ਕਰਦੀ, ਇਹਨੂੰ ਇੱਕ ਤੱਕੜੀ ਆਖਿਆ ਹੋਇਆ। ਫਿਰ ਵਿਦਿਆ ਦੇ ਨਾਲ ਤੋਲਦਾ ਹੈ। ਦ੍ਰਿਸ਼ਟਾਂਤ, ਪ੍ਰਮਾਣ, ਉਦਾਹਰਨ ਇਹ ਵੱਟੇ ਆ, ਇਹਨਾਂ ਵੱਟਿਆਂ ਦੇ ਨਾਲ ਬੁੱਧੀ ਰੂਪੀ ਤੱਕੜੇ ਤੇ ਤੋਲਣ ਦਾ ਯਤਨ ਕਰਦਾ। ਪਰ ਮਹਾਰਾਜ ਕਹਿੰਦੇ ਕਿਸੇ ਦੀ ਵੀ ਬੁੱਧੀ ਰੂਪੀ ਤੱਕੜੀ ਪਰਮੇਸ਼ਰ ਨੂੰ ਤੋਲ ਨਹੀਂ ਸਕਦੀ। ਤੱਕੜੀ ਦੇ ਉੱਤੇ ਵਜਨ ਜ਼ਿਆਦਾ ਰੱਖੇ ਜਾਣ ਤੇ ਉਹਦੇ ਉਹ ਜਿਹੜੇ ਛਾਪਾ ਜਿਹਾ ਉਹ ਵੀ ਟੁੱਟ ਸਕਦਾ। ਉਹ ਜਿਹੜੇ 3 ਸੰਗਲ ਜੇ ਪਾਏ ਹੁੰਦੇ ਆ ਤੱਕੜੀ ਨੂੰ ਤੋਲਣ ਲੱਗਿਆ, ਉਹ ਜ਼ਿਆਦਾ ਭਾਰ ਪੈ ਜੇ ਤੇ ਉਹ ਵੀ ਟੁੱਟ ਸਕਦੇ, ਉਹਦੀਆਂ ਰੱਸੀਆਂ ਜਿਹੀਆਂ ਵੀ ਟੁੱਟ ਸਕਦੀਆਂ। ਤੇ ਇਹ ਬੁੱਧੀ ਜਿਹੜੀ ਆ ਪਰਮੇਸ਼ਰ ਨੂੰ ਤੋਲਣ ਦਾ ਯਤਨ ਕਰਦੀ ਆ, ਇਹ ਤੋਲਦੀ ਤੋਲਦੀ ਆਪ ਹੀ ਨਾ ਟੁੱਟ ਜਾਵੇ ਕਿਤੇ। ਪਰਮੇਸ਼ਰ ਤਾਂ ਤੋਲਿਆ ਨਹੀਂ ਜਾਣਾ। ਕਾਨੜੇ ਦੀ ਵਾਰ ਵਿੱਚ ਇੱਕ ਬਚਨ ਆਇਆ, ਉੱਥੇ ਮਹਾਰਾਜ ਸਾਹਿਬ ਜੀ ਨੇ ਸਮਝਾਇਆ ਵੀ ਬੰਦਿਆ ਤੇਰੀ ਬੁੱਧੀ ਰੱਬ ਨੂੰ ਤੋਲ ਨਹੀਂ ਸਕਦੀ, ਹੋਰ ਭਾਵੇਂ ਤੂੰ ਸਾਰਿਆਂ ਨੂੰ ਤੋਲਣ ਦਾ ਯਤਨ ਕਰਦਾ। ਤੁਲਿਓ ਨਾ ਜਾਈ ਬਚਨ ਦੀ ਵਿਚਾਰ ਆਪਾਂ ਕਰ ਰਹੇ ਹਾਂ। ਉਹ ਪਰਮੇਸ਼ਰ ਫੜਿਆ ਵੀ ਨਹੀਂ ਜਾਂਦਾ ਤੇ ਤੋਲਿਆ ਵੀ ਨਹੀਂ ਜਾਂਦਾ। ਉੱਥੇ ਮਹਾਰਾਜ ਨੇ ਆਖਿਆ ਵੀ ਪਰਮੇਸ਼ਰ ਹੈ ਧਰਤੀ ਦੀ ਤਰ੍ਹਾਂ, ਸਮੁੰਦਰ ਦੀ ਤਰ੍ਹਾਂ, ਪਹਾੜਾਂ ਦੀ ਤਰ੍ਹਾਂ। ਉਂਝ ਇਹ ਉਦਾਹਰਨ ਦਿੱਤੇ ਆ ਪਰਮੇਸ਼ਰ ਵਾਹਿਗੁਰੂ ਦੇ, ਤੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਆ, ਤੇ ਇੱਕ ਬ੍ਰਹਿਮੰਡ ਵਿੱਚ ਕਿੰਨੇ ਸਰੋਵਰ, ਕਿੰਨੇ ਸਮੁੰਦਰ ਆ, ਤੇ ਕਿੰਨੇ ਪਹਾੜ ਆ, ਤੇ ਕਿੰਨੀਆਂ ਧਰਤੀਆਂ ਵਾ। ਪਰਮੇਸ਼ਰ ਤੇ ਬਹੁਤ ਵੱਡਾ ਵਾ।
ਪਰ ਗਰੀਬ ਨਵਾਜ ਸਾਹਿਬ ਜੀ ਨੇ ਸਾਡੀ ਮੋਟੀ ਬੁੱਧ ਨੂੰ, ਸਾਡੀ ਮਤ ਨੂੰ ਸਮਝਾਉਣ ਵਾਸਤੇ ਇਹ ਉਦਾਹਰਨ ਦਿੱਤੀ ਹੈ ਵੀ ਪਰਮੇਸ਼ਰ ਸਮਝੋ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹੈ। ਸਮਝੋ ਵੀ ਜਿਵੇਂ ਪਹਾੜ ਵੱਡੇ ਇਸ ਤਰ੍ਹਾਂ ਆਓ ਪਰਮੇਸ਼ਰ, ਜਿਵੇਂ ਧਰਤੀ ਆ ਇਸ ਤਰ੍ਹਾਂ ਆਓ ਪਰਮੇਸ਼ਰ। ਤੇ ਬੰਦੇ ਦੀ ਜਿਹੜੀ ਬੁੱਧ ਵਾ ਨਾ, ਇਹਦੀ ਅਕਲ, ਇਹ ਜਾਣੋ ਸੁਨਿਆਰੇ ਦੀ ਕੰਡੀ ਆ, ਕਾਨੜੇ ਕੀ ਵਾਰ 'ਚ ਬਚਣਾ ਆ। ਤੇ ਜਿਵੇਂ ਸੁਨਿਆਰੇ ਦੇ ਕੋਲੇ ਉਹਨੂੰ ਕੰਡਾ ਥੋੜਾ ਆਖਿਆ ਜਾਂਦਾ, ਉਹ ਤੇ ਨਿੱਕੀ ਜੀ ਕੰਡੀ ਹੁੰਦੀ ਆ, ਕਿਉਂਕਿ ਉਹਨੇ ਕਿਹੜਾ ਵੀ ਕਿਲੋਆਂ ਨਾਲ ਤੋਲਣਾ ਹੁੰਦਾ ਜਾਂ ਟੰਨਾਂ ਨਾਲ ਤੋਲਣਾ ਹੁੰਦਾ। ਉਹਨੇ ਤੇ ਰੱਤੀ ਤੋਲ ਲਈ, ਮਾਸਾ ਤੋਲ ਲਿਆ, ਛਟਾਂਕ ਤੋਲ ਲਿਆ, ਇੰਨਾ ਕੀ ਤੋਲਣਾ ਹੁੰਦਾ। ਤੇ ਉਹ ਨਿੱਕੀ ਨਿੱਕੀ ਉਹਦੇ ਵੱਟੇ ਹੁੰਦੇ ਤੇ ਇੱਡਾ ਕਿ ਉਹਦਾ ਕੰਡਾ ਹੁੰਦਾ ਨਿੱਕਾ ਜੇ, ਉਹਦੇ ਤੇ ਉਹ ਨਿੱਕੇ ਨਿੱਕੇ ਛਾਪਿਆਂ ਤੇ ਰੱਖ ਕੇ ਤੋਲਦਾ। ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਵੀ ਜੇ ਹੁਣ ਸੁਨਿਆਰਾ ਆਖੇ ਵੀ ਜਿਹਦੇ ਨਾਲ ਮੈਂ ਮਾਸਾ ਤੋਲਦਾ, ਰੱਤੀ ਤੋਲਦਾ, ਛਟਾਂਕ ਤੋਲਦਾ, ਇਸ ਕੰਡੀ ਦੇ ਨਾਲ, ਨਿੱਕੇ ਜਿਹੀ ਤਕੜੀ ਦੇ ਨਾਲ ਵੀ ਮੈਂ ਪਰਬਤ ਤੋਲ ਦੂੰਗਾ, ਪਹਾੜ। ਤੇ ਤੋਲਦੇ ਤੋਲਦੇ ਨੇ ਉਮਰ ਲੰਘ ਜਾਣੀ, ਤੋਲ ਸਕੂਗਾ ਪਹਾੜ। ਜੇ ਉਹ ਆਖੇ ਵੀ ਮੈਂ ਆ ਕੰਡੀ ਦੇ ਨਾਲ ਧਰਤੀ ਤੋਲ ਦੂੰਗਾ ਸਾਰੀ, ਜੇ ਆਖੇ ਵੀ ਆ ਨਿੱਕੀ ਜੀ ਤਕੜੀ ਦੇ ਨਾਲ ਮੈਂ ਸਮੁੰਦਰ ਤੋਲ ਦੂੰਗਾ, ਕਿੱਥੋਂ ਤੋਲ ਸਕਦਾ? ਨਹੀਂ ਤੋਲ ਸਕਦਾ। ਮਹਾਰਾਜ ਕਹਿੰਦੇ ਜਿਵੇਂ ਸੁਨਿਆਰਾ ਆਪਣੀ ਤਕੜੀ ਦੇ ਨਾਲ ਸਮੁੰਦਰ ਨਹੀਂ ਨਾ ਤੋਲ ਸਕਦਾ, ਧਰਤੀ ਨਹੀਂ ਤੋਲ ਸਕਦਾ, ਪਹਾੜ ਨਹੀਂ ਤੋਲ ਸਕਦਾ, ਤੇ ਬੰਦਿਆ ਤੂੰ ਆਪਣੀ ਬੁੱਧੀ ਰੂਪੀ ਤਕੜੀ ਦੇ ਨਾਲ ਪਰਮੇਸ਼ਰ ਨੂੰ ਨਹੀਂ ਤੋਲ ਸਕਦਾ। ਇਸ ਕਰਕੇ ਉਹਦੇ ਅੱਗੇ ਤਾਂ ਆਪਣਾ ਸਿਰ ਝੁਕਾ, ਆਪਣੀ ਅਕਲ ਝੁਕਾ, ਨਮਸਕਾਰ ਕਰ। ਉਹ ਪਰਮੇਸ਼ਰ ਬੜਾ ਵੱਡਾ ਹੈ, ਬੇਅੰਤ ਹੈ। ਕੋਈ ਸ਼ਬਦ ਮਹਾਰਾਜ ਦੀ ਬਾਣੀ ਦਾ ਪੜ੍ਹ ਲਈਏ, ਸਤਿਗੁਰੂ ਸਾਹਿਬ ਜੀ ਨੇ ਪ੍ਰਭੂ ਦੇ ਅਨੇਕਾਂ ਗੁਣ ਕਥਨ ਕਰਕੇ ਤੇ ਫਿਰ ਬੇਅੰਤੀ ਬੇਅੰਤਾ ਕਿਹਾ ਹੈ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨ ਦੇਨ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਮਿਲ ਲਾਹੇ, ਤਾਕੇ ਅੰਤ ਨ ਪਾਏ ਜਾਹੇ। ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏ ਵੱਡੇ ਉੱਚਾ ਹੋਵੈ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਵੱਡੇ ਆਪ ਜਾਣੈ ਆਪ ਆਪ, ਨਾਨਕ ਨਦਰੇ ਕਰਮੀ ਦਾਤ। ਜਿੱਡਾ ਵੱਡਾ ਪ੍ਰਭੂ ਆਪ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆਪਣੇ ਆਪੇ ਨੂੰ ਆਪ ਹੀ ਜਾਣਦਾ, ਦੂਜਾ ਨਹੀਂ ਕੋਈ ਜਾਣ ਸਕਦਾ। ਜੇ ਵੱਡੇ ਆਪ ਜਾਣੈ ਆਪ ਆਪ, ਨਾਨਕ ਨਦਰੇ ਕਰਮੀ ਦਾਤ। ਤੇ ਦੂਜਾ ਉਹ ਜਾਣਦਾ ਜਿਹਦੇ ਉੱਤੇ ਉਹ ਨਦਰ ਕਰਦਾ, ਜਿਹਦੇ ਉੱਤੇ ਆਪਣੀ ਕਰਮ ਬਖਸ਼ਿਸ਼ ਕਰਦਾ, ਉਹਨੂੰ ਨਾਮ ਦੀ ਦਾਤ ਦਿੰਦਾ, ਉਹਨੂੰ ਗਿਆਨ ਦੀ ਦਾਤ ਦਿੰਦਾ, ਉਹਨੂੰ ਇਹ ਅੱਖਾਂ ਦਿੰਦਾ। ਨਾਨਕ ਸੇ ਅੱਖੜੀਆਂ ਬਿਆਨ, ਜਿਨੇ ਦਸੰਦੋ ਮਾਂ ਫਿਰੀ। ਉਹ ਫਿਰ ਪ੍ਰਭੂ ਦੇ ਦਰਸ਼ਨ ਕਰਦਾ ਤੇ ਉਹ ਫਿਰ ਕੀ ਕਹਿੰਦਾ? ਉਹ ਕਹਿੰਦਾ ਵੀ ਬੇਅੰਤੀ ਬੇਅੰਤਾ, ਅੰਤ ਕੋਈ ਨਹੀਂ। ਜਿਹੜਾ ਪ੍ਰਭੂ ਨੂੰ ਮਹਾਰਾਜ ਕਹਿੰਦੇ ਵੀ ਬਾਕੀ ਤੇ ਸਾਰਾ ਸੰਸਾਰ ਸੁਣ ਸੁਣ ਕੇ ਹੀ ਵੱਡਾ ਕਹਿੰਦਾ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਜਾਣਿਆ ਵੀ ਉਹ ਕਿੱਡਾ ਵੱਡਾ ਹੈ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਫਿਰ ਆਖਿਆ ਕੀਮਤ ਪਾਏ ਨਾ ਕਹਿਆ ਜਾਏ। ਨਾ ਕੀਮਤ ਹੀ ਪਾਈ ਜਾ ਸਕਦੀ ਆ, ਨਾ ਕਥਨ ਹੀ ਕੀਤਾ ਜਾ ਸਕਦਾ। ਸ਼ਾਹੀ ਮੁੱਕ ਜੂ ਲਿਖਦਿਆਂ ਕਲਮਾਂ ਮੁੱਕ ਜਾਣਗੀਆਂ, ਕਾਗਜ਼ ਮੁੱਕ ਜਾਵੇਗਾ। ਪ੍ਰਭੂ ਦਾ ਜਸ ਬੇਅੰਤੀ ਬੇਅੰਤ ਹੈ। ਕਬੀਰ ਸਾਧ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ। ਬਸਦਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਉਹ ਏਡਾ ਵੱਡਾ, ਕੀਮਤ ਪਾਏ ਨਾ ਕਹਿਆ ਜਾਏ। ਕਹਿਣਾ ਵਾਲੇ ਤੇਰੇ ਰਹੇ ਸਮਾਏ। ਜਿਨ੍ਹਾਂ ਨੇ ਉਸ ਨੂੰ ਕਿਹਾ ਨਾ,
ਉਹਦੀ ਭਗਤੀ ਕੀਤੀ, ਆਰਾਧਨਾ ਕੀਤੀ, ਉਹ ਕਹਿਣ ਵਾਲੇ ਪ੍ਰਭੂ ਦੇ ਪਿਆਰੇ ਸੰਤ ਭਗਤ ਉਹਦੇ ਵਿੱਚ ਹੀ ਲੀਨ ਹੋ ਗਏ, ਜਿਵੇਂ ਸਮੁੰਦਰ 'ਚ ਬੂੰਦ ਲੀਨ ਹੋ ਜਾਂਦੀ। ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ। ਇਹ ਪ੍ਰਭੂ ਤੂੰ ਕਿੱਡਾ ਵੱਡਾ, ਕੋਈ ਬਿਆਨ ਹੀ ਨਹੀਂ ਕਰ ਸਕਦਾ। ਸਭ ਸੁਰਤੇ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਕਿੰਨੇ ਗਿਆਨੀਆਂ ਨੇ ਕਥਨ ਕੀਤਾ, ਕਿੰਨੇ ਧਿਆਨੀਆਂ ਨੇ ਕਥਨ ਕੀਤਾ, ਪਰ ਮਹਾਰਾਜ ਕਹਿੰਦੇ ਤਿਲ ਜਿੰਨੀ ਵਡਿਆਈ ਨਹੀਂ ਕਹੀ ਜਾ ਸਕਦੀ। ਜਿੰਨਿਆਂ ਨੇ ਹੁਣ ਤੀਕ ਕਥਨ ਕੀਤਾ, ਇੱਕ ਤਿਲ ਜਿੰਨਾ ਵੀ ਨਹੀਂ ਕਥਨ ਹੋਇਆ ਉਹ ਪਰਮੇਸ਼ਰ। ਕਰੋੜਾਂ ਕਥ ਰਹੇ, ਕਰੋੜਾਂ ਨੇ ਕਥਿਆ, ਕਰੋੜਾਂ ਕਥਨਗੇ ਆਉਣ ਵਾਲੇ ਸਮੇਂ 'ਚ, ਪਰ ਪਰਮੇਸ਼ਰ ਦੀ ਕਥਾ ਦਾ ਅੰਤ ਕੋਈ ਨਹੀਂ ਆਉਂਦਾ। ਤਿਲ ਜਿੰਨੀ ਵੀ ਨਹੀਂ ਹੋਈ ਕਥਾ, ਜਿਆਦੀ ਤਾਂ ਕੀ ਹੋਣੀ ਸੀ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕੋਟੀ ਦਾ ਅਰਥ ਹੈ ਕਰੋੜਾਂ ਨੇ, ਕੋਟ ਕੋਟ ਦਾ ਅਰਥ ਵੀ ਹੈ ਕਰੋੜਾਂ ਕਰੋੜਾਂ ਨੇ। ਤਿੰਨਾਂ ਸਮਿਆਂ ਵਿੱਚ ਹੀ ਕਰੋੜਾਂ ਕਰੋੜਾਂ ਨੇ ਕਥਨ ਕੀਤਾ, ਕਰੋੜਾਂ ਕਥਨ ਕਰਨਗੇ, ਪਰ ਕਥਾ ਦਾ ਕੋਈ ਜ਼ਿਕਰ ਨਹੀਂ, ਕਥਾ ਦਾ ਕੋਈ ਅੰਤ ਨਹੀਂ। ਅਫਰਿਓ ਤੁਲਿਓ ਨਾ ਜਾਈ, ਨਾ ਉਹ ਫੜਿਆ ਜਾਂਦਾ ਹੈ, ਨਾ ਤੋਲਿਆ ਹੀ ਜਾ ਸਕਦਾ ਹੈ। ਤੇ ਦੂਜਾ ਭਾਵ ਇਸੇ ਪੰਕਤੀ ਵਿੱਚ ਮਹਾਂਪੁਰਖਾਂ ਨੇ ਦਰਸਾਇਆ, ਇਸ ਕਰਤੇ ਕਹੋ ਕਿਉ ਗਹਿ ਰਾਖੋ। ਇਹ ਜੀਵ ਨੇ ਆਪਣੇ ਆਪ ਨੂੰ ਹੰਗਤਾ ਮਮਤਾ ਕਰਕੇ ਤੇ ਕਰਤਾ ਮੰਨਿਆ ਹੋਇਆ। ਇਹ ਕਰਤਾਪੁਣਾ ਆਪਣੇ ਵਿੱਚ ਧਾਰਨ ਕਰਦਾ, ਤੇ ਇਸ ਨੂੰ ਕਿਵੇਂ ਗਹਿ ਫੜ ਕਰਕੇ ਰੱਖੋ, ਇਹ ਕਰਤੇ ਪੁਣੇ ਤੋਂ ਰੱਖਿਆ ਜਾ ਸਕਦਾ ਹੈ। ਕਿਵੇਂ ਇਹ ਨਿਮਰਤਾ ਵਿੱਚ ਆ ਸਕਦਾ ਹੈ। ਅਫਰਿਓ ਤੁਲਿਓ ਨਾ ਜਾਈ, ਇਹ ਤਾਂ ਆਫਰਿਆ ਹੋਇਆ ਹੰਕਾਰ ਦੇ ਨਾਲ ਜੀਵ ਆਪਣੇ ਆਪ ਨੂੰ ਹੀ ਕਰਤਾ ਮੰਨੀ ਬੈਠਾ। ਜੋ ਪਰਮੇਸ਼ਰ ਕਰਤਾ ਉਹਨੂੰ ਮੰਨਦਾ ਹੀ ਨਹੀਂ ਹੈ। ਤੁਲਿਓ ਨਾ ਜਾਈ, ਬਹੁਤਾ ਭਾਰਾ ਬਣੀ ਫਿਰਦਾ ਹੰਕਾਰ ਕਰਕੇ, ਇਹ ਵਿਚਾਰ ਰੂਪੀ ਤਕੜੀ ਵਿੱਚ ਤੁਲਦਾ ਹੀ ਨਹੀਂ ਹੈ। ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੀ ਨਹੀਂ ਹੁੰਦਾ, ਹੰਕਾਰ ਕਰਕੇ ਆਫਰਿਆ ਹੋਇਆ। ਪਰ ਇਸ ਨੂੰ ਹੰਕਾਰ ਛੱਡ ਕੇ ਨਿਮਰਤਾ ਵਿੱਚ ਆਉਣਾ ਚਾਹੀਦਾ ਹੈ, ਤੇ ਪਰਮੇਸ਼ਰ ਵਾਹਿਗੁਰੂ ਕਰਤੇ ਪੁਰਖ ਦਾ ਸਿਮਰਨ ਕਰਨਾ ਚਾਹੀਦਾ ਹੈ। ਜਿਹੜਾ ਕਰਤਾ ਪੁਰਖ ਪਰਮੇਸ਼ਰ ਨਾ ਫੜਿਆ ਜਾ ਸਕਦਾ ਹੈ, ਨਾ ਤੋਲਿਆ ਜਾ ਸਕਦਾ ਹੈ। ਮਾਇਆ ਕੇ ਦੇਵਾਨੇ ਪ੍ਰਾਣੀ। ਮਹਾਰਾਜ ਸਾਹਿਬ ਦੱਸਦੇ ਆ, ਧੰਨ ਗੁਰੂ ਨਾਨਕ ਸਾਹਿਬ ਜੀ, ਕਿ ਉਹ ਕਰਤਾ ਜਿਹੜਾ ਨਾਲ ਹੀ ਵਸਦਾ ਹੈ, ਤੇ ਕਿਉਂ ਨਹੀਂ ਉਸ ਦੀ ਪ੍ਰਾਪਤੀ ਹੋ ਰਹੀ, ਕਿਉਂ ਨਹੀਂ ਉਸ ਨੂੰ ਇਹ ਜੀਵ ਪ੍ਰਾਪਤ ਕਰ ਸਕਦਾ, ਕਿਉਂ ਨਹੀਂ ਪ੍ਰਾਪਤ ਕਰ ਰਿਹਾ? ਕਿਉਂਕਿ ਮਾਇਆ ਕੇ دیਵਾਨੇ ਪ੍ਰਾਣੀ। ਇਹ ਪ੍ਰਾਣੀ ਮਹਾਰਾਜ ਕਹਿੰਦੇ ਸਾਰੇ ਮਾਇਆ ਦੇ دیਵਾਨੇ ਹੋ ਰਹੇ ਆ। ਇਹਨਾਂ ਨੂੰ ਮਾਇਆ ਦੀ ਖਿੱਚ ਪਈ ਹੋਈ ਹੈ, ਮਾਇਆ ਦੀ ਦੀਵਾਨਗੀ ਚੜੀ ਹੋਈ ਹੈ। ਭਾਵ ਮਾਇਆ ਦੇ ਵਿੱਚ ਹੀ ਕਮਲੇ ਹੋਏ ਆ। ਮਾਇਆ ਨੂੰ ਪ੍ਰਾਪਤ ਕਰਨ ਵਾਸਤੇ دیਵਾਨੇ ਨਾਮ ਕਮਲੇ ਦਾ ਝੱਲੇ ਹੋ ਰਹੇ ਆ, ਕਮਲੇ ਹੋ ਰਹੇ ਹਨ ਜੀ, ਮਾਇਆ ਨੂੰ ਹੀ ਪ੍ਰਾਪਤ ਕਰਨ ਵਾਸਤੇ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੋ ਰਹੀ। ਬਿਰਤੀ ਬਾਹਰ ਮੁਖੀ ਮਾਇਆ ਦੇ ਵਿੱਚ ਹੀ ਭੱਜੀ ਫਿਰਦੀ ਹੈ, ਪਦਾਰਥਾਂ ਵਿੱਚ ਹੀ ਭੱਜਾ ਫਿਰਦਾ ਹੈ ਜੀ, ਪ੍ਰਮਾਤਮਾ ਵੱਲੇ ਤਾਂ ਆਉਂਦਾ ਹੀ ਨਹੀਂ। ਮਾਇਆ ਕੇ دیਵਾਨੇ ਪ੍ਰਾਣੀ। ਮਹਾਰਾਜ ਕਹਿੰਦੇ ਸਾਰੇ ਪ੍ਰਾਣੀ ਜਿਹੜੇ ਹਨ ਇਹ ਮਾਇਆ ਦੇ ਵਿੱਚ ਹੀ ਕਬਲੇ ਹੋ ਰਹੇ ਆ। ਮਾਇਆ ਮਮਤਾ ਮੋਹਣੀ, ਮਾਇਆ ਦੀ ਮਮਤਾ ਇੰਨੀ ਮੋਹ ਲੈਣ ਵਾਲੀ ਹੈ, ਜਿਨ ਬਿਨ ਦੰਤਾਂ ਜਗ ਖਾਇਆ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਬਿਨਾਂ ਦੰਦਾਂ ਤੋਂ ਹੀ ਜਗ ਨੂੰ ਖਾ ਗਈ। ਮਨਮੁਖ ਖਾਧੇ ਗੁਰਮੁਖ ਉਪਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਨਮੁਖਾਂ ਨੂੰ ਖਾ ਗਈ, ਗੁਰਮੁਖ ਬਚ ਗਏ ਜਿਨ੍ਹਾਂ ਨੇ ਸੱਚੇ ਨਾਮ ਨਾਲ ਚਿੱਤ ਜੋੜਿਆ। ਬਿਨ ਨਾਵੈ ਸਭ ਬਿਨ ਨਾਵੈ ਜਗ ਕਮਲਾ ਫਿਰੈ। ਬਿਨਾਂ ਨਾਮ ਤੋਂ ਮਾਰੇ ਕਹਿੰਦੇ ਸਾਰਾ ਸੰਸਾਰ ਕਮਲਾ ਹੀ ਹੋਇਆ ਫਿਰਦਾ। ਗੁਰਮੁਖ ਨਦਰੀ ਆਇਆ, ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ। ਸੁਖ ਦਾਤਾ ਮਨ ਨਾ ਵਸਾਇਆ। ਸਤਿਗੁਰੂ ਕਹਿੰਦੇ ਧੰਦਾ ਕਰਦਿਆਂ ਹੀ ਨਿਸਫਲ ਹੀ ਆਪਣਾ ਜਨਮ ਗਵਾ ਦਿੱਤਾ। ਧਰਮ ਨੂੰ ਧਾਰਨ ਹੀ ਨਹੀਂ ਕੀਤਾ, ਕਰਤੇ ਪੁਰਖ ਦਾ ਸਿਮਰਨ ਹੀ ਨਹੀਂ ਕੀਤਾ, ਉਹਦੀ ਯਾਦ ਵਿੱਚ ਹੀ ਨਹੀਂ ਜੁੜਿਆ। ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ। ਸੁਖ ਦਾਤਾ ਮਨ ਨਾ ਵਸਾਇਆ। ਸੁੱਖਾਂ ਦੇ ਦਾਤੇ ਨੂੰ ਮਨ 'ਚ ਵਸਾਇਆ ਹੀ ਨਹੀਂ। ਮਾਇਆ ਕੀ ਹੈ?
ਜਦੋਂ ਮਾਇਆ ਦੀ ਗੱਲ ਚੱਲਦੀ ਹੈ ਤੇ ਇੱਕਦਮ ਸਾਡੇ ਮਨ ਵਿੱਚ ਇਹ ਖਿਆਲ ਆ ਜਾਂਦਾ ਹੈ ਕਿ ਰੁਪਈਆਂ ਦਾ ਨਾਮ ਮਾਇਆ ਹੈ। ਹਾਂ, ਇੱਕ ਰੂਪ ਇਹ ਰੁਪਈਏ ਹਨ ਮਾਇਆ ਦੇ, ਪਰ ਗੁਰੂ ਸਾਹਿਬ ਜੀ ਨੇ ਆਖਿਆ ਇਕੱਲੇ ਰੁਪਈਏ ਹੀ ਮਾਇਆ ਨਹੀਂ ਹੈ, ਪਰਿਵਾਰ ਵੀ ਮਾਇਆ ਹੈ, ਜ਼ਮੀਨ ਜਾਇਦਾਦ ਵੀ ਮਾਇਆ ਹੈ, ਘਰ ਵੀ ਮਾਇਆ ਹੈ, ਸਾਡਾ ਸਰੀਰ ਵੀ ਮਾਇਆ ਹੈ। ਸਤਿਗੁਰੂ ਜੀ ਨੇ ਮਾਇਆ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਅੰਮ੍ਰਿਤ ਬਾਣੀ ਵਿੱਚ ਕਿ ਜਿਸ ਵਸਤੂ ਵਿੱਚ, ਜਿਸ ਪਦਾਰਥ ਵਿੱਚ ਮੋਹ ਪੈਦਾ ਹੋ ਜਾਵੇ ਤੇ ਪਰਮੇਸ਼ਰ ਭੁੱਲ ਜਾਵੇ, ਉਹ ਹਰੇਕ ਵਸਤੂ, ਹਰੇਕ ਪਦਾਰਥ ਮਾਇਆ ਹੈ, ਇਕੱਲੇ ਰੁਪਈਏ ਹੀ ਨਹੀਂ। ਮਹਾਰਾਜ ਕਹਿੰਦੇ ਉਹ ਹਰੇਕ ਵਸਤੂ ਮਾਇਆ ਜਿਹਦੇ ਵਿੱਚ ਮਨ ਮੋਹ ਵਿੱਚ ਖਿੱਚਿਆ ਜਾਵੇ ਤੇ ਪਰਮੇਸ਼ਰ ਭੁੱਲ ਜਾਵੇ। ਆਨੰਦ ਸਾਹਿਬ ਜੀ ਮਹਾਰਾਜ ਨੇ ਆਖਿਆ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮੋਹ ਪੈਦਾ ਹੋ ਜਾਂਦਾ ਹੈ ਤੇ ਜੀਵ ਉਧਰ ਨੂੰ ਖਿੱਚਿਆ ਜਾਂਦਾ ਹੈ। ਉਹ ਹਰੇਕ ਵਸਤੂ ਮਾਇਆ ਹੈ, ਭਾਵੇਂ ਆਪਣਾ ਤਨ ਹੈ, ਭਾਵੇਂ ਹੋਰ ਕੋਈ ਸਰੀਰ ਹੈ, ਭਾਵੇਂ ਹੋਰ ਕੋਈ ਪਦਾਰਥ ਹੈ, ਕੋਈ ਵਸਤੂ ਹੈ ਜਿਹਦੇ ਵਿੱਚ ਮੋਹ ਪੈਦਾ ਹੋ ਕੇ ਕਰਤਾ ਪੁਰਖ ਭੁੱਲਦਾ, ਉਹ ਸਾਰੀ ਮਾਇਆ ਹੀ ਹੈ। ਤਾਂ ਮਾਇਆ ਦੇ ਵਿੱਚ ਮਾਰੇ ਕਹਿੰਦੇ ਪ੍ਰਾਣਾਧਾਰੀ ਜੀਵ ਜਿਹੜੇ ਇਹ ਕਮਲੇ ਹੋ ਰਹੇ ਹਨ, ਐਸੀ ਹਾਲਤ ਹੋ ਰਹੀ ਹੈ। ਝੂਠ ਠਗੌਰੀ ਪਾਈ, ਮਾਇਆ ਨੇ ਝੂਠੀ ਠੱਗ ਬੂਟੀ ਪਾਈ ਹੋਈ ਹੈ ਜੀਵਾਂ ਨੂੰ। ਠਗੌਰੀ ਉਹ ਬੂਟੀ ਜਿਹੜੀ ਠੱਗਣ ਵਾਸਤੇ ਠੱਗਾਂ ਕੋਲੇ ਹੁੰਦੀ ਹੈ। ਜਿਨ੍ਹਾਂ ਨੇ ਠੱਗੀ ਮਾਰਨੀ ਹੁੰਦੀ ਹੈ ਠੱਗਾਂ ਨੇ, ਉਹ ਇਸ ਤਰ੍ਹਾਂ ਦੀ ਬੂਟੀ ਆਪਣੇ ਕੋਲੇ ਰੱਖਦੇ ਆ। ਉਹ ਸੰਘਾ ਕੇ ਬੇਹੋਸ਼ ਕਰਕੇ ਤੇ ਸਭ ਕੁਝ ਲੁੱਟ ਕੇ ਲੈ ਜਾਂਦੇ, ਠੱਗ ਕੇ ਲੈ ਜਾਂਦੇ, ਜਾਂ ਖਾਣੇ 'ਚ ਪਾ ਕੇ, ਭੋਜਨ 'ਚ ਪਾ ਕੇ ਖਵਾ ਦਿੰਦੇ। ਉਹਨੂੰ ਠੱਗ ਬੂਟੀ ਆਖਿਆ ਹੈ। ਮਹਾਰਾਜ ਕਹਿੰਦੇ ਮਾਇਆ ਨੇ ਸਾਰੇ ਜੀਵਾਂ ਦੇ ਉੱਤੇ ਠੱਗ ਬੂਟੀ ਪਾਈ ਹੋਈ ਹੈ। ਝੂਠ ਠਗੌਰੀ ਪਾਈ, ਝੂਠੀ ਠਗੌਰੀ ਪਾਈ ਹੋਈ ਹੈ। ਇਹ ਮਾਇਆ ਠਗਣੀ ਨੇ ਸਾਰਿਆਂ ਨੂੰ ਜਿਹੜੇ ਝੂਠੇ ਪਦਾਰਥ ਹੈ ਨਾ, ਉਹ ਸੱਚੇ ਪ੍ਰਤੀਤ ਕਰਾ ਦਿੱਤੇ ਆ। ਇਸ ਕਰਕੇ ਪਦਾਰਥ ਨਾਸਵਾਨ, ਸਰੀਰ ਨਾਸਵਾਨ, ਸਾਰਾ ਕੁਝ ਹੀ ਨਾਸਵਾਨ ਹੈ। ਉਹ ਜੋ ਕੁਝ ਨਾਸ ਹੋਣ ਵਾਲਾ ਉਹ ਇਨਸਾਨ ਨੂੰ ਸੱਚਾ ਲੱਗਦਾ ਹੈ, ਤੇ ਜੋ ਸੱਚਾ ਹੈ ਉਹ ਝੂਠਾ ਲੱਗਦਾ ਹੈ। ਮਾਇਆ ਦੀ ਠੱਗ ਬੂਟੀ ਪਈ ਹੋਈ ਹੈ। ਬਾਣੀ 'ਚ ਇੱਕ ਬਚਨ ਇਹ ਵੀ ਮਹਾਰਾਜ ਨੇ ਆਖਿਆ ਵੀ ਪਰਮੇਸ਼ਰ ਨੂੰ ਤਾਂ ਜੀਵ ਨੇ ਕੱਖਾਂ ਤੋਂ ਹੌਲਾ ਸਮਝਿਆ। ਇਹ ਬਚਨ ਆਖਿਆ ਮਹਾਰਾਜ, ਪਰਮੇਸ਼ਰ ਨੂੰ ਕੱਖਾਂ ਤੋਂ ਹੌਲਾ ਸਮਝਿਆ ਤੇ ਉਹਦੇ ਪੈਦਾ ਕੀਤੇ ਪਦਾਰਥਾਂ ਨੂੰ ਪਹਾੜ ਸਮਝਿਆ ਇਹਨੇ। ਇਸ ਕਰਕੇ ਜਿਆਦੀ ਇਹ ਦਾਤ ਹੀ ਮੰਗਦਾ, ਦਾਦੇ ਨੂੰ ਤੇ ਕੋਈ ਵਿਰਲਾ ਹੀ ਮੰਗਦਾ। ਇਹ ਮਾਰੇ ਤੂੰ ਥੋੜਾ ਚਾਹੀਦਾ, ਤੇਰੀਆਂ ਦਾਤਾਂ ਚਾਹੀਦੀਆਂ, ਰੁਪਈਏ ਦੇ, ਹੋਰ ਦਾਤਾਂ ਦੇ, ਤੂੰ ਆਪਣੇ ਘਰੇ ਹੀ ਰਹਿ। ਇਸ ਨੂੰ ਮਹਾਰਾਜ ਨੇ ਬਾਣੀ ਚ ਆਖਿਆ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਹੀ ਪਿਆਰੀ ਲੱਗਦੀ ਹੈ, ਦਾਤਾ ਤੇ ਭੁੱਲ ਗਿਆ ਹੈ। ਦਾਤੇ ਨੂੰ ਤੇ ਕੋਈ ਕੋਈ ਮੰਗਦਾ, ਤੇ ਜਿੱਥੇ ਦਾਤਾ ਆ ਗਿਆ ਦਾਤਾਂ ਤੇ ਆਪੇ ਆ ਜਾਣੀਆਂ, ਜਿੱਥੇ ਰਾਜਾ ਆ ਗਿਆ ਉੱਥੇ ਪਦਾਰਥ ਤੇ ਆਪੇ ਆ ਜਾਣੇ। ਪਰ ਗੁਰੂ ਸਾਹਿਬ ਜੀ ਕਹਿੰਦੇ ਕੀਤੇ ਕਉ ਮੇਰਾ ਸਨਮਾਨ ਹੈ। ਜਿਹੜਾ ਪਰਮੇਸ਼ਰ ਨੇ ਪਦਾਰਥ ਪੈਦਾ ਕੀਤੇ ਉਹਨਾਂ ਨੂੰ ਤਾਂ ਸੁਮੇਰ ਪਰਬਤ ਦੀ ਤਰ੍ਹਾਂ ਵੱਡੇ ਸਮਝਦਾ। ਇਸ ਕਰਕੇ ਪਦਾਰਥਾਂ ਵਾਸਤੇ ਜਿਆਦੀ ਭੱਜ ਦੌੜ ਹੈ, ਪਦਾਰਥਾਂ ਦੀ ਪ੍ਰਾਪਤੀ ਵਾਸਤੇ ਹੀ ਸਾਰੀ ਖਿੱਚ ਹੈ। ਕਰਨਹਾਰ ਤ੍ਰਿਣ ਜਾਣੈ, ਤੇ ਜਿਹੜਾ ਕਰਨਹਾਰ ਹੈ ਨਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ, ਉਹਨੂੰ ਮਾਰੇ ਕਹਿੰਦੇ ਤ੍ਰਿਣ। ਤ੍ਰਿਣ ਕਹਿੰਦੇ ਕੱਖ ਨੂੰ, ਇੱਕ ਕੱਖ ਦੀ ਤਰ੍ਹਾਂ ਹੀ ਇਹਨੇ ਸਮਝਿਆ ਹੋਇਆ। ਇਸ ਕਰਕੇ ਇਹੀ ਠੱਗ ਬੂਟੀ ਪਈ ਹੋਈ ਜੀਵਾਂ ਉੱਤੇ ਮਾਇਆ ਦਾ ਪਰਦਾ ਪਿਆ ਹੋਇਆ ਹੈ ਕਿ ਪਦਾਰਥਾਂ ਨੂੰ ਵੱਡੇ ਸਮਝਿਆ ਹੈ, ਪ੍ਰਮਾਤਮਾ ਨੂੰ ਛੋਟਾ ਸਮਝਿਆ। ਪਦਾਰਥਾਂ ਵਾਸਤੇ ਕਿੰਨੇ ਕਿੰਨੇ ਘੰਟੇ ਲਾਉਂਦਾ ਹੈ, ਪ੍ਰਮਾਤਮਾ ਵਾਸਤੇ 10ਵਾਂ ਹਿੱਸਾ ਵੀ ਨਹੀਂ ਕੱਢਦਾ ਹੈ ਸਮੇਂ ਦੇ ਵਿੱਚੋਂ। ਮਾਰੇ ਕਹਿੰਦੇ ਸੰਸਾਰੀ ਜੀਵ, ਗ੍ਰਸਤੀ ਜੀਵ, ਇਹ ਦਸਵੰਧ ਹੀ ਕੱਢੀ ਜਾਵੇ, ਧਰਮ ਦੀ ਕਿਰਤ ਦਾ ਦਸਵੰਧ ਕੱਢ ਕੇ ਦੇਵੇ, ਸਵਾਸਾਂ ਦਾ ਵੀ ਦਸਵੰਧ 2.5 ਘੰਟੇ ਲਾਵੇ, ਨਾਮ ਜਪਣ ਵਿੱਚ, ਬਾਣੀ ਪੜ੍ਹਨ ਵਿੱਚ, 5 ਬਾਣੀਆਂ ਦਾ ਨਿਤਨੇਮ ਕਰੇ, ਕੋਈ ਸੁਖਮਨੀ ਸਾਹਿਬ ਪੜ੍ਹੇ, ਕੋਈ ਆਸਾ ਦੀ ਵਾਰ ਪੜ੍ਹੇ, ਝੱਟ ਗੁਰ ਮੰਤਰ ਪੜ੍ਹੇ, ਮੂਲ ਮੰਤਰ ਪੜ੍ਹੇ, ਸਵਾਸਾਂ ਦਾ ਵੀ 10ਵਾਂ ਹਿੱਸਾ ਦੇਵੇ। ਜਿਹੜੇ ਪਰਮੇਸ਼ਰ ਦੇ ਪਿਆਰੇ ਉਹ ਤਾਂ 24 ਘੰਟੇ ਹੀ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਪਰ ਆਮ ਸੰਸਾਰੀ ਗ੍ਰਸਤੀਆਂ ਵਾਸਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਤੁਸੀਂ ਧੰਦਾ ਵੀ ਕਰੋ ਤੇ ਨਾਲ 10ਵਾਂ ਹਿੱਸਾ ਹੀ ਕੱਢੀ ਚਲੋ ਆਪਣੇ, ਕੁਝ ਸਮਾਂ ਸਵੇਰੇ, ਕੋਈ ਸਮਾਂ ਸ਼ਾਮੀ।
पर माया ने ऐसी झूठी जड़ी है ठग बूटी पाई हुई, इस करके जीव माया दे ही दीवाने हो रहे, माया दे प्रेमी हो के माया दे पिछे ही भज दौड़ मारे कहंदे हो रही है। लाभ लोभ मोहताज विगूते। माया दा केड़ा केड़ा रूप है वो अगे दस दे महाराज, कहंदे भी माया करके ये ठगण वाली बूटी जिहड़ी पई हुई है ना जीवां दे उत्ते प्रभाव माया दा पिया होया है, माया इन्हां नूं ठगी जा रही है। फिर लभ पैदा हो रहा जीवां दे अंदर खाण दा, जिहड़ा खाण दा लालच उहनूं बाणी च लभ आखिया है भी खाण दा लालच, भी जिथों मिले उत्थे खाई जाना है, वेखना नहीं ये मर्यादा है कि बेमर्यादा है। वो लभ है जीवां दे अंदर पिया। लोभ नाम है जोड़न दा, पदार्थां नूं लोभ जिहड़ा है एकत्र करन दा लालच पैदा हो रहा है, माया बहुत इकट्ठी करनी, पदार्थ इकट्ठे करने, लोभ अंदर पैदा हो रहा। मुहताज नाम मुथाजी करदा फेरे जी, मुथाजी मुथाजी करदा, कदे किसे दे थल्ले कदी किसे दे थल्ले लगदा है, मुथाजी करदा है, अधीनगी दे सहित हुंदा है। लभ लोभ मुहताज विगूते, विगूते नाम है खराब होण दा, लुੱਟੇ जाण दा। इस तरह लालच विच, खाण दे लालच विच लग के, पदार्थां दे जोड़न विच लालच विच लग के, ते मुथाजी करन दे विच, अधीनगी करन विच लग करके जीव लुੱਟਿਆ जा रहा, खराब हो रहा है। धन श्री गुरु नानक साहब कहंदे इस करके जीव नूं इब हुण भी पछताउणा पवेगा ते तब तदों भी पछताउणा पवेगा। इब लोक विच भी पछतावेगा ते तब परलोक विच भी पछतावेगा। फिर पछताई फिर के दोबारा इनू पछताउणा ही पवेगा। लभ विच लग के, लोभ विच लग के ते लोकां दी अधीनगी करदियां धर्म ही छड्ड दिता है। इस तरीके दे नाल इसनूं पछताउणा पवेगा, वार-वार पछताउणा पवेगा। हुण भी पछतावेगा, बाद विच भी पछतावेगा, लोक विच भी पछतावेगा, फिर के परलोक विच भी पश्चाताप करेगा। छेवीं पौड़ी की समाप्ति करदियां होइयां धन गुरु नानक साहब महाराज कहंदे आ ये जीव दी कल्याण तां हो सकदी एक सरेव है जे उस एक परमेश्वर दी सरेव है, नाम है, ਉਹਦਾ सिमरन करे, एक दी भगती करे, एक वाहिगुरु जी का सेवन करे, ਉਹਦਾ आराधन करे, तां गत मित पावे, तां फिर ये गत कल्याण दी प्राप्ति दी मित मर्यादा पा लवेगा, तां फिर एक दा इसनूं गत ज्ञान दी मित मर्यादा प्राप्त हो जाएगी, तां फिर एक दी गत प्राप्ति की जिहड़ी मर्यादा है ना वो ये प्राप्त कर लवेगा। इनू समझ पै जाएगी उस वाहिगुरु की प्राप्ति किवें होनी है जिन्हों उस एक दी आराधना करेगा, एक दा सेवन करेगा, एक दा सिमरन करेगा, एक वाहिगुरु जी दा आवन जान रहाई। जदों एक वाहिगुरु जी दा सिमरन भजन करेगा फिर इहदा आउणा जाना रह जाएगा। आउणा जाना भाव जन्म लैके आउणा, मर के जाना, ये जिहड़ा जमना मरना आउणा जाना आवागमन है ना, ये रहाई ये तो रह जाएगा, निवृत्त हो जाएगा, भाव जमना मरना मुक जाएगा जीव का जो एक वाहिगुरु की आराधना करेगा। तो सतगुरु गरीब नवाज साहब जी ने इस पौड़ी विच दसिया कि यह करते पुरख तो किवें वांझा होया है, माया पदार्थां विच खचत हो के, लभ लोभ दे विच खचत हो करके, ते ओहदी प्राप्ति इस नूं तां हो सकदी जदों एक दी आराधना विच जुड़ेगा, एक दी भगती करेगा, फिर इहदा जमना मरना मुक जाएगा ते एक उस एक प्रभु दे विच ही ये लीन हो जाएगा गुरु की कृपा नाल। गुर कृपा जिह नर कौ कीनी तेह एह जुगत पछानी, नानक लीन भयो गोबिंद सिओ ज्यों पानी संग पानी। गुरु जी की अगाध गुरबाणी की विचार साझी करदे हां। होइयां भुल्लां चुकां दी सतगुरु जी गुर संगत जी खिमा देण, देहो सज्जण असीसड़ियां ज्यों होवै साहिब सिओ मेल। लभ लोभ मोहताज विगूते, इब तब फिर पछताई, एक सरेव ताकत मित पावै, आवन जान रहाई। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ।